ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਬਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਵਿਨਾਸ਼ਨ ਸੋਏ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਤੇਗ ਬਹਾਦਰ ਸੋਹੇ ਨਰ ਨਾਰ ਰੂਪ ਪਿਖ ਮੋਹੇ ਸਮਪਿਤ ਕੇ ਦੀਰਘ ਡੀਲੰ ਮੁਖ ਮੰਡਲ ਚੰਦ ਸੁਸ਼ੀਲੰ ਸ਼੍ਰੀ ਤੇਗ ਬਹਾਦਰ ਸੋਹੇ ਨਰ ਨਾਰ ਰੂਪ ਪਿਖ ਮੋਹੇ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਯਾਮੀ ਪੂਰਨ ਪਾਰ ਬ੍ਰਹਮ ਪ੍ਰਵੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦੇ ਸਰਗੁਣ ਸਵਰੂਪ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਸਾਡੇ ਸਾਰਿਆਂ ਦੇ ਉੱਤੇ ਕਿਰਪਾ ਕਰਨ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਆਖੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਦੇ ਵਿੱਚ ਸੁਭਾਏਮਾਨ ਗੁਰੂ ਜੀ ਦੀ ਪਿਆਰੀ ਸਾਜੀ ਨਵਾਜੀ ਸੰਗਤ ਜੀ ਪਿਆਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਕਥਾ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਪ ਜੀ ਬੜੇ ਪਿਆਰ ਦੇ ਨਾਲ ਸਰਵਣ ਕਰਦੇ ਹੋ। ਹਜ਼ੂਰ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦਾ ਜਗਤ ਗੁਰੂ ਹਿੰਦ ਦੀ ਚਾਦਰ ਧਰਮ ਰੱਖਿਅਕ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਵਿਆਹ ਦੀ ਜਿਹੜੀ ਕਥਾ ਹੈ ਅੱਜ ਉਹ ਪ੍ਰਸੰਗ ਹੈ। ਕੱਲ੍ਹ ਆਪ ਜੀ ਨੇ ਸਰਵਣ ਕੀਤਾ ਬਾਬਾ ਲਾਲ ਚੰਦ ਜੀ ਦੇ ਅੰਦਰ ਫੁਰਨਾ ਬਣਿਆ। ਬਾਬਾ ਲਾਲ ਚੰਦ ਜੀ ਅਤੇ ਮਾਤਾ ਬਿਸ਼ਨ ਕੌਰ ਜੀ ਦੀ ਸਪੁੱਤਰੀ ਹਨ ਜਗਤ ਮਾਤਾ ਧੰਨ ਮਾਤਾ ਗੁਜਰੀ ਜੀ। ਇਤਿਹਾਸ ਦੇ ਵਿੱਚ ਸਾਧ ਸੰਗਤ ਜੀ ਖਾਸ ਕਰਕੇ ਸਿੱਖ ਇਤਿਹਾਸ ਦੇ ਵਿੱਚ ਮਾਤਾ ਗੁਜਰੀ ਜੀ ਦਾ ਬਹੁਤਾ ਵੱਡਾ ਮਹੱਤਵ ਹੈ। ਮਾਤਾ ਗੁਜਰੀ ਜੀ ਦੀ ਬਹੁਤ ਵੱਡੀ ਕਮਾਈ ਹੈ। ਪਿਆਰ ਨਾਲ ਸਾਰੇ ਕਹੋ ਧੰਨ ਧੰਨ ਮਾਤਾ ਗੁਜਰੀ ਜੀ। ਧੰਨ ਧੰਨ ਮਾਤਾ ਗੁਜਰੀ ਜੀ। ਮਾਤਾ ਗੁਜਰੀ ਜੀ ਦਾ ਰਿਸ਼ਤਾ ਪਹਿਲਾਂ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਕੀਤਾ। ਹੁਣ ਬਾਬਾ ਜੀ ਬਾਬਾ ਲਾਲ ਚੰਦ ਦੀ ਸੋਚਦੇ ਆ ਵੀ ਮਹਾਰਾਜ ਵੀ ਕਰਤਾਰਪੁਰ ਸਾਹਿਬ ਵਿੱਚ ਹਨ ਅਤੇ ਆਪਾਂ ਕਿਰਪਾ ਮਹਾਰਾਜ ਸਾਡੇ 'ਤੇ ਕਿਰਪਾ ਕਰਨ ਅਤੇ ਬੱਚੀ ਦਾ ਵਿਆਹ ਜਿਹੜਾ ਹੈ ਉਹ ਕਰ ਦਿੱਤਾ ਜਾਏ। ਮਹਾਰਾਜ ਜੀ ਤੋਂ ਕੋਲ ਸਾਰੇ ਚਿੱਠੀ ਪਹੁੰਚਾਈ ਗਈ। ਕੱਲ੍ਹ ਤੁਸੀਂ ਕਥਾ ਸੁਣੀ ਸੀਗੀ ਅਤੇ ਇੱਕ ਗੱਲ ਤੁਹਾਨੂੰ ਹੀ ਪੁੱਛਣੀ ਹੈ ਕਿ ਦੱਸੋ ਕਿਹੜੀ ਤਰੀਕ ਦੀ ਸਾਰੇ ਚਿੱਠੀ ਅਨੁਸਾਰ ਵਿਆਹ ਸੀਗਾ ਜੀ? 9 ਫੱਗਣ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਬਸ ਇੰਨਾ ਕੁ ਪਤਾ ਕਰਨਾ ਹੁੰਦਾ ਵੀ ਸੁਰਤ ਹੈ ਜਾਂ ਨਹੀਂ ਹੈ। 9 ਫੱਗਣ ਦਾ ਵਿਆਹ ਨਿਯਤ ਕੀਤਾ ਗਿਆ। ਸੋ ਗੁਰੂ ਸਾਹਿਬ ਜੀ ਨੇ ਸਭ ਰਿਸ਼ਤੇਦਾਰਾਂ ਨੂੰ ਗੁਰੂ ਜੀ ਦੇ ਮਹਾਨ ਸਿੱਖਾਂ ਨੂੰ ਸੰਗਤਾਂ ਨੂੰ ਸੁਨੇਹੇ ਪਹੁੰਚਾਏ ਗਏ ਜੀ। ਸੰਗਤਾਂ ਜਿਹੜੀਆਂ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਪਹੁੰਚਣ ਲੱਗ ਪਈਆਂ। ਇਹ ਤੁਸੀਂ ਪ੍ਰਸੰਗ ਸੁਣਿਆ 9 ਫੱਗਣ ਵਾਲਾ ਦਿਨ ਆਇਆ ਕਿਉਂਕਿ ਬਰਾਤ ਕਿਹੜੀ ਦੂਰ ਜਾਣੀ ਸੀ? ਕਰਤਾਰਪੁਰ ਸਾਹਿਬ ਵਿੱਚ ਗੁਰੂ ਸਾਹਿਬ ਜੀ ਦਾ ਅਸਥਾਨ ਹੈ। ਜੇ ਤੁਸੀਂ ਕਰਤਾਰਪੁਰ ਸਾਹਿਬ ਸ਼ਹਿਰ ਦੇਖੋ ਨਾ ਤਾਂ ਉਹ ਸ਼ਹਿਰ ਦੇ ਵਿੱਚ ਪ੍ਰਵੇਸ਼ ਹੋ ਕੇ ਵੇਖਿਓ
ਥੰਮ ਸਾਹਿਬ ਮਹਾਰਾਜ ਦੀ ਰਿਹਾਇਸ਼ ਹੈ ਜੀ। ਤੇ ਸ਼ਹਿਰ ਦੇ ਵਿੱਚ ਹੀ ਮਾਤਾ ਗੁਜਰੀ ਜੀ ਦਾ ਘਰ ਵੀ ਬਣਿਆ ਹੋਇਆ ਹੈ ਜੀ। ਬਾਬਾ ਲਾਲ ਚੰਦ ਜੀ ਦਾ ਘਰ ਵੀ ਬਣਿਆ ਸੀ। ਪਿੱਛੇ ਜੇ ਕਰਤਾਰਪੁਰ ਸਾਹਿਬ ਗਏ ਸਾਂ, ਦਰਸ਼ਨ ਕਰਕੇ ਆਏ। ਉੱਥੋਂ ਲਗਭਗ ਤੁਰ ਕੇ ਹੀ ਲਾਗੇ ਲਾਗੇ ਸਥਾਨਾਂ ਤੇ ਦਰਸ਼ਨ ਹੋ ਜਾਂਦੇ ਆ, ਤੁਰ ਕੇ ਹੀ। ਸੋ ਬਰਾਤ ਕਿਹੜੀ ਦੂਰ ਜਾਣੀ ਸੀ। ਫਿਰ ਵੀ ਵਿਧੀ ਅਨੁਸਾਰ ਜੋ ਵੀ ਕਰਨਾ ਹੁੰਦਾ ਹੈ, ਮਰਿਆਦਾ ਅਨੁਸਾਰ ਉਹ ਸਭ ਕੁਝ ਹੋ ਰਿਹਾ। ਮਹਾਰਾਜ ਜੀ ਦੇ ਵਿਆਹ ਦੀ ਕਥਾ ਸੁਣੋ। ਜਗਤ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਿਆਰ ਨਾਲ ਸਾਰੀ ਸੰਗਤ ਆਖੋ, ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ। ਕਰ ਨੌ ਨਿਦ ਆਵੈ ਤਾਏ, ਤੇਗ ਬਹਾਦਰ ਸਿਮਰਿਆ, ਕਰ ਨੌ ਨਿਧ ਆਵੈ ਤਾਏ, ਤੇਗ ਬਹਾਦਰ ਸਿਮਰਿਆ। ਬੜੇ ਪਿਆਰ ਨਾਲ ਕਥਾ ਵਿੱਚ ਸੁਰਤੀਆਂ ਜੋੜੋ, ਗੱਜ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਤੇਗ ਬਹਾਦਰ ਸੋਹੇ। ਭਾਈ ਸੰਤੋਖ ਸਿੰਘ ਜੀ ਲਿਖਦੇ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਬੜੇ ਸ਼ੋਭਾ ਪਾ ਰਹੇ ਹਨ। ਨਰ ਨਾਰ ਰੂਪ ਪਿਖ ਮੋਹੇ। ਭਾਵੇਂ ਕੋਈ ਇਸਤਰੀ ਹੈ ਤੇ ਭਾਵੇਂ ਕੋਈ ਪੁਰਸ਼ ਹੈ, ਭਾਵ ਸਾਰੀਆਂ ਸੰਗਤਾਂ ਮਹਾਰਾਜ ਦੇ ਦਰਸ਼ਨ ਕਰਕੇ ਮੋਹੀਆਂ ਜਾ ਰਹੀਆਂ ਹਨ। ਸਮ ਪਿਤ ਕੇ ਦੀਰਘ ਡੀਲੰ। ਮਹਾਰਾਜ ਜੀ ਦਾ ਰੂਪ ਕਿਹੋ ਜਿਹਾ? ਸਾਧ ਸੰਗਤ ਜੀ, ਇਹ ਹੁਣ ਭਾਈ ਸੰਤੋਖ ਸਿੰਘ ਦੱਸਦੇ ਆ, ਬੜੇ ਧਿਆਨ ਨਾਲ ਸੁਣਿਓ। ਸਮ ਪਿਤ ਕੇ ਦੀਰਘ ਡੀਲੰ, ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਉੱਚਾ ਲੰਮਾ ਕੱਦ ਹੈ, ਸਰੀਰ ਦਾ ਡੀਲ ਡੌਲ ਬੜਾ ਹੈ, ਇਹੋ ਜਿਹਾ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਰੂਪ ਹੈ ਜੀ। ਹਾਂਜੀ। ਮੁਖ ਮੰਡਲ ਚੰਦ ਸੁਸ਼ੀਲੰ। ਮੁਖ ਤਾਂ ਹੈ ਜਿਵੇਂ ਚੰਦ ਜਿਹੜਾ ਹੈ ਨਾ, ਇਸ ਤਰ੍ਹਾਂ ਦਾ ਮੁਖ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ। ਭੁਜ ਲਾਂਬੀ ਆਯੁਤ ਛਾਤੀ। ਬਾਹਾਂ ਲੰਮੀਆਂ ਨੇ, ਗੋਡਿਆਂ ਤੱਕ ਬਾਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ। ਤੇ ਆਯੁਤ ਛਾਤੀ, ਆਯੁਤ ਹੁੰਦਾ ਚੌੜੀ। ਜਿਹੜਾ ਮਹਾਰਾਜ ਜੀ ਦੀ ਛਾਤੀ ਹੈ, ਭਾਵ ਮਹਾਰਾਜ ਜੀ ਦਾ ਅਗਲਾ ਪਾਸਾ ਛਾਤੀ ਵਾਲਾ, ਉਹ ਬਹੁਤ ਚੌੜਾ ਹੈ। ਵਿਸਤ੍ਰਿਤ ਆਂਖ ਕੁਛ ਰਾਤੀ। ਤੇ ਵੱਡੀਆਂ ਵੱਡੀਆਂ ਅੱਖਾਂ ਹਨ ਮਹਾਰਾਜ ਗਰੀਬ ਨਵਾਜ ਜੀ ਦੀਆਂ ਜੀ, ਸੋਹਣੇ ਨੇਤਰ ਹਨ। ਜੁਗ ਕੰਧ ਤੁਰੰਗ ਸੁਹਾਏ। ਜਿਹੜੇ ਮੋਢੇ ਆ ਉਹ ਸਾਧ ਸੰਗਤ ਜੀ ਉੱਚੇ ਆ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮੋਢੇ ਉੱਚੇ ਆ। ਇਹ ਸਾਰਾ ਕੁਝ ਸੁੰਦਰਤਾ ਦੇ ਲੱਛਣਾਂ ਵਿੱਚ ਆ ਜਾਂਦਾ ਹੈ। ਤੇ ਖੰਡਾਂ ਵਰ ਭੰਡਾਂ ਤੋਂ ਸੋਹਣੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ। ਹਾਂਜੀ। ਗਤ ਮੰਦ ਮੰਦ ਸਭ ਪਾਏ। ਤੇ ਉਹਨਾਂ ਦੀ ਗਤੀ ਜਿਹੜੀ ਹੈ, ਭਾਵ ਜਦੋਂ ਤੁਰਦੇ ਆ ਸਹਿਜੇ ਸਹਿਜੇ, ਵੇਖਣ ਵਾਲੇ ਫਿਰ ਮਹਾਰਾਜ ਜੀ ਉੱਤੇ ਮੋਹਿਤ ਹੀ ਹੋ ਜਾਂਦੇ ਆ। ਏਡਾ ਸੋਹਣਾ ਸਰੂਪ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ। ਤਨ ਪਹਿਰਤ ਦੁਤੀ ਬਧਾਈ। ਹਾਂਜੀ। ਜਨ ਸਿਮਟ ਛਟਾ ਇੱਕ ਥਾਈ। ਸੋ ਮਹਾਰਾਜ ਜੀ ਨੇ ਇਸ਼ਨਾਨ ਪਾਨ ਕੀਤਾ ਤੇ ਫਿਰ ਬੜੇ ਸੂਖਮ ਵਸਤਰ ਪਾਏ ਆ। ਤੇ ਜਿਹੜੇ ਕੱਪੜੇ ਪਾਏ ਆ ਨਾ, ਜਿਹੜਾ ਚੋਲਾ ਪਾਇਆ, ਵੇਖੋ ਭਾਈ ਸੰਤੋਖ ਸਿੰਘ ਜੀ ਨੇ ਚੋਲੇ ਦਾ ਰੰਗ ਵੀ ਲਿਖਿਆ ਹੈ। ਮਹਾਰਾਜ ਜੀ ਦਾ ਵਿਆਹ ਹੈ ਤੇ ਕਿਹੜੇ ਰੰਗ ਦਾ ਚੋਲਾ ਪਾਇਆ? ਕਹਿੰਦੇ ਆ ਪੀਲੇ ਰੰਗ ਦਾ ਚੋਲਾ ਮਹਾਰਾਜ ਨੇ ਪਾਇਆ ਹੈ ਜੀ। ਪੀਲੇ ਰੰਗ ਦਾ ਚੋਲਾ ਪਾਇਆ। ਤਨ ਪਹਿਰਤ ਦੁਤੀ ਵਧਾਈ। ਜਦੋਂ ਪੀਲੇ ਰੰਗ ਦੇ ਕੱਪੜੇ ਪਾਏ ਆ, ਉਹਨੇ ਸ਼ੋਭਾ ਹੋਰ ਵਧਾ ਦਿੱਤੀ ਹੈ। ਮੁਖ ਚੰਦ ਬੀਚ ਮੈਂ ਲੀਨਾ। ਜੁਗ ਨਯਨ ਕਮਲ ਰਸ ਲੀਨਾ। ਮਹਾਰਾਜ ਜੀ ਨੇ ਦਸਤਾਰਾ ਸਜਾਇਆ, ਉੱਤੇ ਕਲਗੀ ਸਜਾਈ ਹੈ। ਮੁਖ ਜਿਹੜਾ ਹੈ ਉਹ ਬਹੁਤ ਸੋਹਣਾ ਲੱਗ ਰਿਹਾ ਹੈ। ਤੇ ਹੁਣ ਬਰਾਤ ਤਿਆਰ ਬਰ ਤਿਆਰ ਹੈ। ਸਾਰੇ ਰਿਸ਼ਤੇਦਾਰ ਗੁਰੂ ਜੀ ਦੇ ਸਿੱਖ ਤਿਆਰ ਨੇ। ਤੇ ਦੋ ਹਸਤੀਆਂ ਨੇ ਜਿਹੜੀਆਂ ਗੁਰੂ ਹਨ, ਤੇ ਤੀਸਰਿਆਂ ਦਾ ਸਰੂਪ ਅਜੇ ਛੋਟਾ ਹੈ, ਧੰਨ ਗੁਰੂ ਹਰਿਰਾਏ ਸਾਹਿਬ ਜੀ ਦਾ। ਗੁਰੂ ਹਰਿਰਾਏ ਸਾਹਿਬ ਜੀ ਵੀ ਸ਼ਾਮਲ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਵਿਆਹ ਵਿੱਚ। ਮਹਾਰਾਜ ਛੇਵੇਂ ਪਾਤਸ਼ਾਹ ਤਿਆਰ ਬਰ ਤਿਆਰ ਹੋਏ ਆ।
ਸੰਗਤਾਂ ਸਾਰੀਆਂ ਤਿਆਰ ਬਰ ਤਿਆਰ ਹੋਈਆਂ ਹਨ। ਸਭ ਤੇਗ ਬਹਾਦਰ ਸੰਗਾ, ਹਾਂਜੀ, ਚਲ ਗਾਵਤ ਆਨੰਦ ਉਮੰਗਾ। ਸਾਰੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਚੱਲ ਕੇ ਅੱਗੇ ਵਧੇ ਹਨ ਬਾਬਾ ਲਾਲ ਚੰਦ ਜੀ ਦੇ ਘਰ ਜਾਣ ਵਾਸਤੇ। ਗਨ ਮਿਲੀ ਬਰਾਤ ਸੁਹਾਈ, ਸਾਰੀ ਬਰਾਤ ਹੀ ਸ਼ੋਭਾ ਪਾ ਰਹੀ ਹੈ, ਗੱਜ ਕੇ ਆਖੋ ਵਾਹਿਗੁਰੂ। ਹੁਣ ਵੇਖੋ ਨਾ ਜੀ, ਆਮ ਬਰਾਤਾਂ ਵਿੱਚ ਅਸੀਂ ਦੇਖੀਦਾ ਜੋ ਸ਼ਰਾਬੀ ਕਬਾਬੀ ਸਾਧ ਸੰਗਤ ਜੀ ਉਹ ਨਸ਼ੇ ਕਰਕੇ ਦੂਜਿਆਂ ਨੂੰ ਵੀ ਬਰਾਤ 'ਚ ਤੰਗ ਕਰਦੇ ਆ, ਪਰ ਜਿਹੜੇ ਸਿਆਣੇ ਪੁਰਸ਼ ਹੈ ਉਹ ਇੰਜ ਨਹੀਂ ਕਰਦੇ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਰਾਤ 'ਚ ਗੁਰੂ ਹਰਗੋਬਿੰਦ ਸਾਹਿਬ ਨੇ, ਬਾਬਾ ਬਿਧੀ ਚੰਦ ਨੇ, ਗੁਰੂ ਹਰਰਾਏ ਸਾਹਿਬ ਨੇ, ਰਾਏ ਜੋਧ ਆਇਆ, ਭਾਈ ਰੂਪਾ ਜੀ ਆਏ ਆ, ਬਾਬਾ ਸਾਧਾ ਜੀ ਆਏ ਆ, ਗੁਰੂ ਅੰਗਦ ਦੇਵ ਸਾਹਿਬ ਜੀ ਦੇ ਸਪੁੱਤਰ ਬਾਬਾ ਦਾਤੂ ਜੀ ਆਏ ਹਨ, ਬੜੇ ਬੜੇ ਸਿਆਣੇ ਆਏ। ਇਹੋ ਜੀ ਦੀ ਇਹੋ ਜਿਹਾ ਤਾਂ ਬਰਾਤ ਦੇ ਹੀ ਦਰਸ਼ਨ ਕਰਕੇ ਭਲਾ ਹੋ ਜਾਂਦਾ ਹੈ, ਆਖੋ ਵਾਹਿਗੁਰੂ ਵਾਹਿਗੁਰੂ। ਜਿਹੋ ਜੀ ਬਰਾਤ ਹੈ ਨਾ ਸਾਧ ਸੰਗਤ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਰਾਤ ਦੇ ਦਰਸ਼ਨ ਕਰਕੇ ਹੀ ਜਨਮ ਮਰਨ ਕੱਟਿਆ ਜਾਵੇ ਜੀ। ਕਿਉਂ? ਉਸ ਬਰਾਤ ਵਿੱਚ ਗੁਰੂ ਹਰਗੋਬਿੰਦ ਸਾਹਿਬ ਸ਼ਾਮਲ ਨੇ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਇਹ ਪ੍ਰਤਾਪ ਹੈ ਗੁਰੂ ਜੀ ਦੇ ਦਰਸ਼ਨਾਂ ਦਾ। ਸੋ ਗਨ ਮਿਲੀ ਬਰਾਤ ਸੁਹਾਈ, ਕਹਿੰਦੇ ਬਰਾਤ ਬੜੀ ਸ਼ੋਭਾ ਪਾ ਰਹੀ ਹੈ। ਦੁੱਤ ਬਸਨ ਬੇਭੂਖਨ ਸ਼ਾਈ, ਸਾਰਿਆਂ ਨੇ ਗਹਿਣੇ ਪਾਏ ਆ, ਬਸਤਰ ਪਾਏ ਆ, ਬੜੇ ਫੱਬ ਰਹੇ ਆ। ਉਸ ਸਮੇਂ ਵਿੱਚ ਸਾਧ ਸੰਗਤ ਦੀ ਬਰਾਤ ਵਿੱਚ ਬੀਬੀਆਂ ਨਹੀਂ ਸੀ ਜਾਂਦੀਆਂ, ਕੱਲੇ ਪੁਰਸ਼ ਹੀ ਜਾਂਦੇ ਸਨ। ਹਾਂਜੀ, ਨਿਜਪੁਰ ਮੈਂ ਕਰਨ ਟੁਕਾਊ, ਹਾਂਜੀ। ਨਹਿ ਬਾਹਨ ਲੀਨ ਸਕਾਊ। ਕਿਉਂਕਿ ਨਗਰ ਵਿੱਚ ਤਾਂ ਜਾਣਾ ਸੀ, ਮਹਾਰਾਜ ਵੀ ਕਰਤਾਰਪੁਰ ਸਾਹਿਬ ਵਿੱਚ ਹੈ ਤੇ ਬਾਬਾ ਲਾਲ ਚੰਦ ਜੀ ਦਾ ਘਰ ਵੀ ਕਰਤਾਰਪੁਰ ਸਾਹਿਬ 'ਚ ਹੈ। ਇਸ ਕਰਕੇ ਕੋਈ ਘੋੜਾ ਨਹੀਂ ਲਿਆ, ਕੋਈ ਹੋਰ ਵਾਹਨ ਨਹੀਂ ਲਿਆ, ਤੁਰ ਕੇ ਹੀ ਗਏ ਜੀ ਉੱਥੇ, ਆਖੋ ਵਾਹਿਗੁਰੂ ਵਾਹਿਗੁਰੂ। ਕਿਉਂ? ਹੁਣ ਡਾਕਟਰ ਗੰਡਾ ਸਿੰਘ ਜੀ ਉਦੋਂ ਸਾਡੇ ਨਾਲ ਸਨ, ਭਾਈ ਚਾਲ ਜੀ, ਮੰਨਤ ਸਿੰਘ, ਅਸੀਂ ਦਰਸ਼ਨ ਕਰਕੇ ਆਏ ਕਰਤਾਰਪੁਰ ਸਾਹਿਬ ਦੇ। ਉੱਥੋਂ ਤੁਰ ਕੇ ਹੀ ਚਲੇ ਜਾਈਦਾ ਜੀ, ਥੰਮ ਸਾਹਿਬ ਤੋਂ ਤੁਰ ਕੇ ਲਾਗੇ ਹੀ ਹੈ ਬਾਬਾ ਲਾਲ ਚੰਦ ਜੀ ਦਾ ਘਰ। ਸੋ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਕੋਈ ਵਾਹਨ ਨਹੀਂ ਲਿਆ। ਗੁਰ ਚੱਲੇ ਰੂਪ ਅਬਿਰਾਮੂ, ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਚੱਲੇ ਆ, ਗੁਰੂ ਹਰਗੋਬਿੰਦ ਸਾਹਿਬ ਚੱਲੇ ਆ, ਬੜੇ ਸੋਹਣੇ ਰੂਪ ਨੇ, ਅਰਸ਼ੀ ਚਿਹਰੇ ਹਨ। ਜਹ ਲਾਲ ਚੰਦ ਕੇ ਧਾਮੂ, ਚਲਦਿਆਂ ਚਲਦਿਆਂ ਬਾਣੀ ਪੜ੍ਹਦਿਆਂ ਉੱਥੇ ਗਏ ਨੇ ਜਿੱਥੇ ਬਾਬਾ ਲਾਲ ਚੰਦ ਜੀ ਦਾ ਘਰ ਹੈ। ਆਪਾਂ ਗਏ ਸਾਂ ਉੱਥੇ, ਹੁਣ ਘਰ ਇੱਕ ਪਾਸੇ ਸੀ ਤੇ ਸਾਹਮਣਾ ਘਰ ਖਰੀਦ ਕੇ ਉੱਥੇ ਲੰਗਰ ਘਰ ਬਣਾਇਆ ਸੀ, ਕਿਉਂਕਿ ਹੁਣ ਬੜਾ ਸੰਘਣਾ ਸ਼ਹਿਰ ਵਸ ਗਿਆ ਨਾ ਉਹ। ਹਾਂਜੀ, ਧਰ ਜੋਧ ਹਾਥ ਪਰ ਹਾਥਾ, ਮਹਾਰਾਜ ਗਰੀਬ ਨਵਾਜ ਤੁਰੇ ਜਾ ਰਹੇ ਆ ਤੇ ਰਾਏ ਜੋਧ ਦਾ ਹੱਥ ਆਪਣੇ ਹੱਥ 'ਚ ਫੜਿਆ ਹੋਇਆ ਗੁਰੂ ਹਰਗੋਬਿੰਦ ਸਾਹਿਬ ਜੀ ਨੇ। ਸਭ ਭੱਲੇ ਤ੍ਰੇਹਣ ਸਾਥਾ, ਮਹਾਰਾਜ ਜੀ ਦੇ ਗੁਰੂ ਅਮਰਦਾਸ ਜੀ ਦੀ ਅੰਸ਼ ਬੰਸ ਭੱਲੇ ਉਹ ਵੀ ਨਾਲ ਹਨ। ਸਿੱਖ ਸੰਗਤ ਮਿਲ ਸਮੁਦਾਏ, ਤੇ ਸਾਰੀ ਸੰਗਤ ਨਾਲ ਨਾਲ ਮਿਲ ਕੇ, ਬੜੇ ਸਿੱਖ ਜਿਹੜੇ ਆ ਉਹ ਨਾਲ ਹਨ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਅੱਜ ਕਲਗੀ ਲਾਈ ਹੈ, ਹੱਥ ਵਿੱਚ ਤੇਗ ਪਕੜੀ ਹੋਈ ਹੈ, ਵਿਆਹ ਵਾਲਾ ਰੂਪ ਬਣਾਇਆ, ਸਭ ਤੋਂ ਅੱਗੇ ਅੱਗੇ ਤੁਰ ਰਹੇ ਹਨ। ਬਰ ਬੀਰ ਸੰਗ ਸ਼ਬ ਪਾਏ, ਮਹਾਰਾਜ ਜੀ ਦੀਆਂ ਫੌਜਾਂ ਵੀ ਨਾਲ ਨੇ, ਸੂਰਮੇ ਸਿੱਖ ਵੀ ਨਾਲ ਹਨ। ਧਰ ਸਿਪਰ ਖੜਗ ਨਿਜ ਅੰਗਾ, ਹਾਂਜੀ। ਜੈ ਅਹੈ ਤੇਗ ਬਹਾਦਰ ਜੰਗਾ। ਗੱਜ ਕੇ ਆਖੋ, ਧਰ ਸਿਪਰ ਖੜਗ ਨਿਜ ਅੰਗਾ। ਸਾਰਿਆਂ ਨੇ ਖੜਗਾਂ ਹੱਥ 'ਚ ਫੜੀਆਂ, ਢਾਲਾਂ ਵੀ ਲਾਈਆਂ, ਤੇ ਜੇ ਅਹੈ ਬਹਾਦਰ ਜੰਗਾ, ਜਿਹੜੇ ਫੌਜੀ ਆ ਪੂਰੀ ਫੌਜ ਦੇ ਰੂਪ 'ਚ ਹੀ ਆਏ ਨੇ ਨਾਲ। ਹਾਂਜੀ, ਗਨ ਮੇਲ ਅਪਰ ਸਭ ਚਾਲੇ। ਵੇਖੋ ਕਿੱਡਾ ਵਧੀਆ ਉਹ ਮਾਹੌਲ ਹੋਏਗਾ ਵੀ ਸ਼ਹਿਰ ਦੇ ਵਿੱਚ ਹੀ ਬਰਾਤ ਜਾਣੀ ਤੇ ਤੁਰ ਕੇ ਹੀ ਜਾ ਰਹੀ ਹੈ, ਆਖੋ ਵਾਹਿਗੁਰੂ ਵਾਹਿਗੁਰੂ। ਤੁਰ ਕੇ ਹੀ ਬਰਾਤ। ਮਹਾਰਾਜ ਥੰਮ ਸਾਹਿਬ ਤੋਂ ਤੁਰੇ ਤੇ ਬਾਬਾ ਲਾਲ ਚੰਦ ਜੀ ਦੇ ਘਰ ਪਹੁੰਚ ਗਏ। ਹਾਂਜੀ, ਚਾਹੋਂ ਦਿਸ਼ ਮੈਂ ਭੀੜ ਵਿਸਾਲੇ, ਉਹ ਨਗਰ ਦੀਆਂ ਨਿੱਕੀਆਂ ਨਿੱਕੀਆਂ ਗਲੀਆਂ ਵਿੱਚ ਚਾਰੇ ਪਾਸੇ ਭੀੜ ਇਕੱਠੀ ਹੋ ਗਈ ਜੀ, ਚਾਰੇ ਪਾਸੇ ਭੀੜ ਵਾਲਾ ਮਾਹੌਲ ਬਣ ਗਿਆ। ਪੁਰ ਬਿਖੈ ਗਰੀ ਕੇ ਬਾਜ਼ਾਰਾ, ਤੇ ਨਗਰ ਦੇ ਵਿੱਚ ਜਿਹੜੀਆਂ ਗਲੀਆਂ ਨੇ, ਜਿਹੜੇ ਬਾਜ਼ਾਰ ਹਨ, ਗਨ ਮਾਨਵ ਸਭ ਮਝਾਰਾ, ਉਹ ਸਾਰੇ ਮਨੁੱਖਾਂ ਨਾਲ ਹੀ ਭਰੀਆਂ ਪਈਆਂ ਸਨ, ਆਖੋ ਵਾਹਿਗੁਰੂ।
ਅਸੀਂ ਵੇਖਿਆ ਬਹੁਤ ਛੋਟੀਆਂ ਛੋਟੀਆਂ ਗਲੀਆਂ ਨੇ, ਗੱਡੀ ਪਰਾਂ ਲਾ ਕੇ ਫਿਰ ਅੱਗੇ ਤੁਰ ਕੇ ਹੀ ਜਾਣਾ ਪੈਂਦਾ। ਉਹ ਸਾਰੀਆਂ ਗਲੀਆਂ ਜਿਹੜੀਆਂ ਉਹ ਮਨੁੱਖਾਂ ਨਾਲ ਹੀ ਭਰ ਗਈਆਂ। ਧਰ ਭੂਖਨ ਬਸਤਰ ਨਵੀਨੇ, ਹਾਂਜੀ, ਬਨ ਸ਼ੈਲ ਫਿਰਤ ਰਸ ਲੀਨੇ। ਨਵੇਂ ਕੱਪੜੇ ਪਾਏ ਆ, ਗਹਿਣੇ ਪਾਏ ਆ, ਸਾਰਿਆਂ ਨੇ ਸੋਹਣੇ ਸੋਹਣੇ ਰੂਪ ਬਣਾਏ ਆਪਣੇ। ਗਨ ਬਾਦਤ ਬਜੇ ਬਿਸਾਲੇ, ਤੇ ਵਾਜੇ ਵੱਜ ਰਹੇ ਹਨ। ਆਖੋ ਵਾਹਿਗੁਰੂ। ਬੈਂਡ ਵਾਜੇ ਤੇ ਫਿਰ ਵੱਜਦੇ ਹੀ ਆ ਨਾ ਬਰਾਤ ਨਾਲ। ਹਾਂਜੀ, ਸਭ ਆਗੇ ਦੁਲਹੋ ਚਾਲੇ। ਤੇ ਸਭ ਤੋਂ ਅੱਗੇ ਦੁੱਲਾ ਜੀ ਭਾਵ ਲਾੜਾ ਜੀ ਭਾਵ ਧੰਨ ਗੁਰੂ ਤੇਗ ਬਹਾਦਰ ਸਾਹਿਬ ਅੱਗੇ ਅੱਗੇ ਜਾ ਰਹੇ ਹਨ। ਸਿਰ ਸ਼ੇਖਰ ਸੁੰਦਰ ਸੋਭੇ, ਮਹਾਰਾਜ ਨੇ ਸਿਰ ਤੇ ਸੋਹਣਾ ਦਸਤਾਰਾ ਸਜਾਇਆ, ਉੱਤੇ ਜਿਗਾ ਲਾਇਆ, ਉੱਤੇ ਕਲਗੀ ਲਗਾਈ ਆ। ਨਰ ਨਾਰ ਪਿਖਤ ਮਨ ਲੋਭੇ। ਐਡਾ ਸੋਹਣਾ ਰੂਪ ਹੈ, ਜਿਹੜਾ ਵੇਖਦਾ ਹੈ ਨਾ ਬਸ ਵੇਖਦਾ ਹੀ ਰਹਿ ਜਾਂਦਾ ਹੈ। ਇਮ ਗਮਨੇ ਕਰਨ ਟੁਕਾਊ, ਹਾਂਜੀ, ਬਰਖਾਵਤ ਬਿਤ ਚਿਤ ਚਾਉ। ਤੇ ਬਾਬਾ ਬਿਧੀ ਚੰਦ ਜੀ ਦੀ ਡਿਊਟੀ ਲਾਈ ਹੈ। ਉਹ ਸਾਧ ਸੰਗਤ ਜੀ ਫਿਰ ਮਾਇਆ ਦੀ ਵਰਖਾ ਕਰਦੇ ਆ, ਧਨ ਦੀ ਵਰਖਾ ਕਰਦੇ ਆ। ਕਈ ਕਹਿੰਦੇ ਜੀ ਨਜਾਇਜ਼ ਖਰਚਾ। ਉਹ ਭਾਈ ਕੱਖ ਨਾ ਹੁੰਦਾ ਹੋਵੇ ਤੇ ਬੰਦਾ ਲਾੜਾ ਬਣਿਆ ਹੋਵੇ ਤੇ ਲੋਕ ਮਾਂ ਪਿਓ ਉਹਦੇ ਤੋਂ ਹੀ ਪੈਸੇ ਸੁੱਟੀ ਜਾਂਦੇ ਜੀ। ਇਹ ਤਾਂ ਦੀਨ ਦੁਨੀਆ ਦੇ ਮਾਲਕ ਗੁਰੂ ਤੇਗ ਬਹਾਦਰ ਸਾਹਿਬ ਨੇ। ਇਹਨਾਂ ਦੇ ਉੱਤੋਂ ਤਾਂ ਜੋ ਵੀ ਵਰਖਾ ਕੀਤੀ ਜਾਵੇ ਉਹ ਥੋੜਾ। ਬਾਬਾ ਬਿਧੀ ਚੰਦ ਜੀ ਨੋਟਾਂ ਦੀ ਬਾਰਿਸ਼ ਕਰਦੇ ਆ, ਭਾਵ ਨੂੰ ਠਿੱਪੇ ਹੁੰਦੇ ਸੀਗੇ, ਉਹਨਾਂ ਦੀ ਵਰਖਾ ਕਰਦੇ ਆ। ਤਬ ਲਾਲ ਚੰਦ ਹੋਏ ਆਗੇ। ਹੁਣ ਬਰਾਤ ਜਿੱਥੇ ਢੁਕਾ ਕਰਨੀ ਉੱਥੇ ਮਹਾਰਾਜ ਪਹੁੰਚੇ। ਉਧਰੋਂ ਬਾਬਾ ਲਾਲ ਚੰਦ ਜੀ ਆਪਣੇ ਪਰਿਵਾਰ ਨਾਲ ਰਿਸ਼ਤੇਦਾਰਾਂ ਨਾਲ ਅੱਗੇ ਹੋਏ। ਕਰ ਮਿਲਣੀ ਪ੍ਰੇਮ ਸੁਭਾਗੇ। ਤੇ ਸਾਧ ਸੰਗਤ ਜੀ ਮਿਲਣੀ ਹੋਣ ਲੱਗੀ ਹੈ। ਹਾਂਜੀ, ਕਰ ਅਗਰ ਬਿਲੰਦ ਅਕੋਰੰਗ, ਹਾਂਜੀ, ਤਹ ਖਰੋ ਹੋਏ ਕਰ ਜੋਰੰਗ। ਆਪਣੇ ਹੱਥ ਵਿੱਚ ਉਪਹਾਰ ਲੈ ਕੇ, ਬਸਤਰ ਲੈ ਕੇ ਬਾਬਾ ਲਾਲ ਚੰਦ ਜੀ ਖਲੋਤੇ ਹਨ। ਪੱਗ ਪੰਕਜ ਕੋ ਲਪਟਾਇਓ। ਪਰ ਇੱਕ ਸਿੱਖ ਨੂੰ ਲਾਗੇ ਬਸਤਰ ਫੜਾ ਕੇ ਹੁਣ ਬਾਬਾ ਲਾਲ ਚੰਦ ਜੀ ਫੁਰਨਾ ਬਣਾਉਂਦੇ ਆ। ਆਖੋ ਵਾਹਿਗੁਰੂ। ਵਾਹਿਗੁਰੂ। ਦੀਨ ਦੁਨੀਆ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗਲੇ ਕਿਵੇਂ ਲੱਗਾ। ਦੁਨਿਆਵੀ ਤੌਰ ਤੇ ਜਦੋਂ ਮਿਲਣੀ ਹੁੰਦੀ ਹੈ ਤੇ ਗਲੇ ਹੀ ਲੱਗਦੇ ਆ। ਤੇ ਬਾਬਾ ਲਾਲ ਚੰਦ ਜੀ ਫੁਰਨਾ ਬਣਾਉਂਦੇ ਵੀ ਮੈਂ ਸਤਿਗੁਰਾਂ ਦੇ ਗਲੇ ਕਿਵੇਂ ਲੱਗਾ। ਮੇਰੀ ਕਿੱਥੋਂ ਇੰਨੀ ਲਿਆਕਤ ਹੈ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਗਲੇ ਲੱਗਾ ਜਾ ਕੇ, ਵੀ ਮੈਂ ਤੇ ਸਿੱਖ ਹਾਂ। ਤੇ ਫਿਰ ਪੱਗ ਪੰਕਜ ਕੋ ਲਪਟਾਇਓ। ਉਸੇ ਵੇਲੇ ਹੀ ਸਾਧ ਸੰਗਤ ਜੀ ਮਹਾਰਾਜ ਦੇ ਚਰਨ ਫੜ ਲਏ ਜੀ ਉਹਨਾਂ ਨੇ ਜੀ। ਹਾਂਜੀ, ਗੁਰ ਗਹਿ ਕਰ ਹੱਥ ਉਠਾਇਓ। ਪਰ ਮਹਾਰਾਜ ਨੂੰ ਤਾਂ ਪਤਾ ਹੈ ਨਾ ਵੀ ਰਿਸ਼ਤੇਦਾਰੀ ਬਣ ਗਈ ਆ, ਕੁੜਮ ਬਣ ਗਏ ਆ। ਮਹਾਰਾਜ ਨੇ ਉਹਨਾਂ ਦੀਆਂ ਬਾਹਾਂ ਫੜੀਆਂ ਤੇ ਸੱਚੇ ਪਾਤਸ਼ਾਹ ਨੇ ਆਪਣੇ ਗਲੇ ਲਾਇਆ ਜੀ। ਹਾਂਜੀ, ਮਿਲ ਅੰਕ ਗਇਓ ਨਿਜ ਧਾਮਾ। ਐ ਗਲੇ ਲਾ ਕੇ ਮਿਲਣੀ ਕਰਕੇ ਫਿਰ ਅੱਗੇ ਗਏ। ਕਰ ਤਿਆਰ ਭਲੇ ਸਭ ਸਾਮਾ। ਸਾਰਾ ਸਮਾਨ ਤਿਆਰ ਕੀਤਾ ਗਿਆ। ਸ੍ਰੀ ਤੇਗ ਬਹਾਦਰ ਭਾਏ। ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸਸੁਰਾਲ ਦੁਆਰ ਲਗ ਆਏ। ਮਹਾਰਾਜ ਸਹੁਰਿਆਂ ਦੇ ਘਰ ਦੇ ਅੱਗੇ ਆ ਗਏ ਜੀ। ਅੱਜ ਵੀ ਮਹਾਰਾਜ ਜੀ ਦਾ ਜਦੋਂ ਵਿਆਹ ਪੁਰਬ ਹੁੰਦਾ, ਕਰਤਾਰਪੁਰ ਸਾਹਿਬ 'ਚ ਗੁਰੂ ਤੇਗ ਬਹਾਦਰ ਜੀ ਦਾ ਵਿਆਹ ਪੁਰਬ ਮਨਾਇਆ ਜਾਂਦਾ। ਬਾਬਾ ਬਕਾਲਾ ਸਾਹਿਬ ਤੋਂ ਬਰਾਤ ਤੁਰਦੀ ਹੈ, ਹੁਣ ਵੀ ਤੁਰਦੀ ਹੈ। ਤੇ ਬਾਬਾ ਬਕਾਲਾ ਸਾਹਿਬ ਤੋਂ ਤੁਰ ਕੇ ਤੇ ਫਿਰ ਕਰਤਾਰਪੁਰ ਸਾਹਿਬ ਪਹੁੰਚਦੀ ਹੈ ਬਾਬਾ ਲਾਲ ਚੰਦ ਜੀ ਦੇ ਘਰ 'ਚ ਜੀ। ਭਾਵ ਨਗਰ ਕੀਰਤਨ ਚੱਲਦਾ, ਹੁਣ ਵੀ ਚੱਲਦਾ। ਅਸੀਂ ਇੱਕ ਵਾਰੀ ਦਰਸ਼ਨ ਕੀਤੇ ਸੀਗੇ ਉਹਦੇ ਜੀ। ਮਹਾਰਾਜ ਸਹੁਰਿਆਂ ਦੇ ਘਰ ਦੇ ਅੱਗੇ ਪਹੁੰਚੇ। ਕੁਲ ਰੀਤ ਕਰੀ ਨਰ ਨਾਰੀ, ਬਹੁ ਗਾਵਤ ਦੇ ਕਰਕਾਰੀ। ਤੇ ਸਾਧ ਸੰਗਤ ਦੀ ਕੁਲ ਦੀ ਰੀਤੀ ਦੇ ਅਨੁਸਾਰ ਫਿਰ ਇਸਤਰੀਆਂ ਖੁਸ਼ੀ ਦੇ ਗੀਤ ਵੀ ਗਾਉਂਦੀਆਂ ਤੇ ਇਧਰ ਬਾਣੀ ਦੇ ਪਾਠ ਵੀ ਹੁੰਦੇ ਆ। ਹਾਂਜੀ, ਦੋਹਰਾ ਜੁਗ ਘਟਿਕਾ ਨਿਸ ਕੇ ਬਿਤੇ, ਭੋਜਨ ਹੇਤ ਬੁਲਾਏ। 2 ਘੜੀਆਂ ਫਿਰ ਉੱਥੇ ਬਰਾਤ ਦਾ ਟਿਕਾਓ ਹੋਇਆ ਜੀ। ਟਿਕਾਓ ਹੋਇਆ ਤੇ ਜਿੱਥੇ ਜਿੱਥੇ ਥਾਂ ਮਿਲੀ ਉੱਥੇ ਉੱਥੇ ਬਿਠਾਇਆ ਗਿਆ।
ਸਿੱਖਾਂ ਨੇ ਨਹੀਂ ਕਿਹਾ ਵੀ ਸਾਡੀ ਫਾਰਮੈਲਿਟੀ ਨਾਲ ਸੇਵਾ ਨਹੀਂ ਹੋਈ ਜੀ। ਉਹ ਕਹਿੰਦੇ ਬਾਬਾ ਲਾਲ ਚੰਦ ਵੀ ਤੇ ਸਾਡੇ ਵਰਗੇ ਸਿੱਖ ਹੀ ਨੇ, ਜਿੱਥੇ ਥਾਂ ਮਿਲਦੀ ਭਾਈ ਬੈਠ ਜਾਓ, ਜਿੱਥੇ ਮਿਲਦੀ ਜਗ੍ਹਾ ਉੱਥੇ ਬਹਿ ਜਾਓ। ਸਿੱਖਾਂ ਨੇ ਨਹੀਂ ਕਿਹਾ ਵੀ ਸਾਡਾ ਵਿਸ਼ੇਸ਼ ਸਤਿਕਾਰ ਨਹੀਂ ਹੋਇਆ। ਜਗ੍ਹਾ ਹੀ ਕਿੰਨੀ ਕੁ ਸੀ ਸਾਧ ਸੰਗਤ ਦੀ, ਸਵਾਈ ਦੀ ਜਗ੍ਹਾ ਸੀ। ਤੇ ਉੱਥੇ ਫਿਰ ਰਾਏ ਜੋਧ ਵਰਗੇ ਵੀ ਰਾਜਾ, ਉਹ ਵੀ ਵਿਆਹ ਵਿੱਚ ਸ਼ਾਮਲ ਹੈ। 2 ਘੜੀਆਂ ਬੈਠੇ, ਫਿਰ ਸਾਧ ਸੰਗਤ ਜੀ ਲੰਗਰ ਛਕਾਉਣ ਵਾਸਤੇ ਮਹਾਰਾਜ ਨੂੰ ਬੇਨਤੀ ਕੀਤੀ। ਸ੍ਰੀ ਗੁਰ ਹਰਗੋਬਿੰਦ ਜੀ ਚੱਲੇ ਸੰਗ ਸਮੁਦਾਇ। ਮਹਾਰਾਜ ਛੇਵੇਂ ਪਾਤਸ਼ਾਹ ਸਾਰੀਆਂ ਸੰਗਤਾਂ ਨੂੰ ਲੈ ਕੇ ਜਿੱਥੇ ਲੰਗਰ ਦਾ ਪ੍ਰਬੰਧ ਹੈ ਉਸ ਪਾਸੇ ਗਏ। ਹਾਕਲ ਛੰਦ ਸ਼੍ਰੀ ਤੇਗ ਬਹਾਦਰ ਦੂਲੋ, ਸਭ ਆਗੇ ਗੁਰ ਅਨੁਕੂਲੋ। ਹੁਣ ਗੁਰੂ ਤੇਗ ਬਹਾਦਰ ਸਾਹਿਬ ਮਗਰ ਰਹਿ ਰਹੇ ਆ। ਆਖੋ ਵਾਹਿਗੁਰੂ। ਵਾਹਿਗੁਰੂ। ਸੁਭਾਅ ਬਣਿਆ ਨਾ ਵੀ ਗੁਰੂ ਹਰਗੋਬਿੰਦ ਸਾਹਿਬ ਪਿਤਾ ਗੁਰੂ ਦੇ ਅੱਗੇ ਨਹੀਂ ਚੱਲਣਾ, ਕਦੀ ਪਿੱਛੇ ਪਿੱਛੇ ਚੱਲਣਾ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਤੇ ਸੁਭਾਅ ਸੀ ਵੀ ਕਦੀ ਮੁੱਖ ਵੀ ਉੱਚਾ ਨਹੀਂ ਸੀ ਕਰਦੇ ਹੁੰਦੇ ਜੀ। ਤਿਆਗ ਬੈਰਾਗ ਦੀ ਮੂਰਤ ਨੇ, ਉਹ ਪਿੱਛੇ ਰਹਿੰਦੇ ਆ ਤੇ ਗੁਰੂ ਹਰਗੋਬਿੰਦ ਸਾਹਿਬ ਬਾਂਹ ਫੜ ਕੇ ਅੱਗੇ ਕਰ ਦਿੰਦੇ ਆ। ਆਖੋ ਵਾਹਿਗੁਰੂ। ਵਾਹਿਗੁਰੂ। ਉਹ ਫਿਰ ਪਿਛਾਂਹ ਨੂੰ ਜਾਂਦੇ ਆ ਤੇ ਮਹਾਰਾਜ ਕਹਿਣ ਲੱਗੇ ਅੱਜ ਦੇ ਦਿਨ ਤੁਸੀਂ ਅੱਗੇ ਤੁਰਨਾ ਹੈ। ਲਾੜੇ ਨੇ ਨਾ, ਫਿਰ ਅੱਜ ਦੇ ਦਿਨ ਤਾਂ ਤੁਸੀਂ ਅੱਗੇ ਤੁਰਨਾ ਹੈ। ਸੋ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਅੱਗੇ ਕਰਕੇ ਸਭ ਆਪ ਪਿੱਛੇ ਪਿੱਛੇ ਹੋ ਗਏ। ਘਰ ਲਾਲ ਚੰਦ ਕੇ ਚਾਲੇ। ਸਤਿਗੁਰਾਂ ਦੇ ਵਾਸਤੇ ਲਾਲ ਚੰਦ ਜੀ ਦੇ ਘਰ ਵਿੱਚ ਪ੍ਰਬੰਧ ਕੀਤਾ ਸੀ ਪ੍ਰਸ਼ਾਦੇ ਪਾਣੀ ਦਾ। ਗਨ ਬਾਦਤ ਧੁਨੀ ਉਠਾਲੇ। ਜਦੋਂ ਮਹਾਰਾਜ ਗਰੀਬ ਨਵਾਜ ਚੱਲੇ ਆ ਤੇ ਸਾਧ ਸੰਗਤ ਜੀ ਉੱਥੇ ਫਿਰ ਬੜੇ ਬੈਂਡ ਬਾਜੇ ਵੱਜੇ, ਆਤਿਸ਼ਬਾਜ਼ੀ ਚਲਾਈ ਹੈ। ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਜੀ ਦੇ ਸਿੱਖ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸਾਰੇ ਉਸ ਪਾਸੇ ਜਾ ਰਹੇ ਹਨ ਜਿੱਧਰ ਬਾਬਾ ਲਾਲ ਚੰਦ ਜੀ ਦਾ ਘਰ ਹੈ। ਘਰ ਲਾਲ ਚੰਦ ਕੇ ਜਾਈ। ਫਿਰ ਸਹਿਜੇ ਸਹਿਜੇ ਤੁਰਦਿਆਂ ਤੁਰਦਿਆਂ ਲਾਲ ਚੰਦ ਜੀ ਦੇ ਘਰ ਪਹੁੰਚੇ। ਗਨ ਪੰਕਤ ਬੈਠ ਬਿਠਾਈ। ਪੰਗਤਾਂ ਲਾਈਆਂ ਜੀ। ਆਖੋ ਵਾਹਿਗੁਰੂ। ਕਿਉਂ ਉਦੋਂ ਤੇ ਕੁਰਸੀਆਂ ਟੇਬਲ ਹੁੰਦੇ ਹੀ ਨਹੀਂ ਸੀਗੇ। ਪੰਗਤਾਂ ਲਾਈਆਂ। ਹਾਂਜੀ। ਬਰ ਚੰਦਨ ਚੌਂਕੀ ਚਾਰੂ। ਰੁਚ ਰਾਸਨ ਤਿਸ ਪਰ ਡਾਰੂ। ਤੇ ਸਾਧ ਸੰਗਤ ਜੀ ਗੁਰੂ ਸਾਹਿਬ ਵਾਸਤੇ ਚੰਦਨ ਦੀ ਚੌਂਕੀ ਦਾ ਆਸਣ ਬਣਾਇਆ ਗਿਆ ਜੀ। ਮਹਾਰਾਜ ਉਹਦੇ ਤੇ ਬੈਠੇ, ਇੱਕ ਪਾਸੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬਿਠਾਇਆ, ਸੋਹਣੀ ਵਿਛਾਈ ਕੀਤੀ। ਸਨਮਾਨ ਗੁਰੂ ਬੈਠਾਏ। ਬੜਾ ਸਨਮਾਨ ਕੀਤਾ, ਬੜੇ ਸਨਮਾਨ ਨਾਲ ਮਹਾਰਾਜ ਨੂੰ ਬਿਠਾਇਆ। ਕਰ ਧੋਵਨ ਕੋ ਜਲ ਲਿਆਏ। ਤੇ ਹੱਥ ਧੋਣ ਲਈ ਫਿਰ ਜਲ ਲੈ ਕੇ ਆਏ ਜੀ। ਆ ਕਈ ਕਹਿੰਦੇ ਆ ਵੀ ਰੋਟੀ ਤੋਂ ਪਹਿਲਾਂ, ਪ੍ਰਸ਼ਾਦੇ ਤੋਂ ਪਹਿਲਾਂ ਹੱਥ ਧੋਣ ਦੀ ਕੀ ਲੋੜ ਹੈਗੀ? ਪੂਰੀ ਲੋੜ ਹੈ। ਹੱਥ ਧਵਾਉਣ ਵਾਸਤੇ ਜਲ ਲੈ ਕੇ ਆਏ। ਪੁਨ ਥਾਰ ਸੋ ਧਰੇ ਅਗਾਰੀ। ਫਿਰ ਥਾਲ ਅੱਗੇ ਰੱਖੇ। ਪਕਵਾਨ ਅਨੇਕ ਪ੍ਰਕਾਰੀ। ਤੇ ਅਨੇਕ ਤਰ੍ਹਾਂ ਦੇ ਪਕਵਾਨ ਬਣਾਏ ਗਏ ਸੀ। ਕਈ ਤਰ੍ਹਾਂ ਦੀਆਂ ਸਬਜ਼ੀਆਂ, ਕਈ ਤਰ੍ਹਾਂ ਦੇ ਮਿੱਠੇ, ਕਈ ਤਰ੍ਹਾਂ ਦੇ ਪ੍ਰਸ਼ਾਦੇ, ਉਹ ਸਾਰਾ ਕੁਝ ਹੀ ਵਰਤਾਇਆ ਗਿਆ। ਵਿਆਹ ਵਾਲਾ ਜਿਹੜਾ ਪ੍ਰਸ਼ਾਦਾ ਬਣਾਇਆ ਉਹ ਫਿਰ ਵਰਤਾਇਆ ਗਿਆ। ਬਹੁਤ ਸੁੰਦਰ ਦਏ ਆਹਾਰਾ। ਬੜੇ ਸੋਹਣੇ ਸੋਹਣੇ ਭੋਜਨ ਛਕਾਏ ਗਏ ਜੀ। ਹਾਂਜੀ। ਸਭ ਅਚਹਿ ਸਵਾਦ ਲੈ ਭਾਰਾ। ਤੇ ਸਾਰਿਆਂ ਨੇ ਬੜੇ ਸਵਾਦ ਨਾਲ ਛਕਿਆ। ਭਲੇ ਸਮੇਂ ਸੀਗੇ, ਉਦੋਂ ਇੰਨੀਆਂ ਵੈਰਾਈਟੀਜ਼ ਨਹੀਂ ਸੀ ਹੁੰਦੀਆਂ। ਆਖੋ ਵਾਹਿਗੁਰੂ। ਹੁਣ ਤਾਂ ਪਕੌੜਿਆਂ ਦੀ ਗਿਣਤੀ ਕੋਈ ਨਹੀਂ। ਜਿਉਂ-ਜਿਉਂ ਬੰਦੇ ਦਾ ਦਿਮਾਗ ਚੱਲੀ ਜਾਂਦਾ, ਤਿਉਂ-ਤਿਉਂ ਦੇ ਪਕੌੜੇ ਬਣੀ ਜਾਂਦੇ ਹੈ ਜੀ। ਹਾਂਜੀ। ਉਹ ਇੱਕ ਬੰਦਾ ਕਹਿੰਦਾ ਬਤੌਆਂ ਦੇ ਪਕੌੜੇ ਕੱਢੋ ਆਏ। ਆਖੋ ਵਾਹਿਗੁਰੂ। ਮੈਂ ਕਿਹਾ ਕੱਲ ਨੂੰ ਕਹੇਗਾ ਸੇਬਾਂ ਦੇ ਵੀ ਕੱਢੀਏ। ਹਾਂਜੀ। ਇਹ ਫਲਾਂ ਦੇ ਵੀ ਵੇਖੋ, ਲੋਕਾਂ ਪਕੌੜੇ ਕੱਢਣੇ ਸ਼ੁਰੂ ਹੋ ਜਾਣੇ ਜੀ। ਆਈਸਕ੍ਰੀਮ ਦੇ ਬਣਦੇ ਜੀ। ਆ ਦੱਸਣ ਦੇ ਮੇਰੇ ਇਲਾਕੇ, ਕਿਉਂ ਇਹਨਾਂ ਦਾ ਵੀ ਤਜਰਬਾ ਸੀ। ਆਖੋ ਵਾਹਿਗੁਰੂ। ਭਾਈ ਧਨਵੰਤ ਸਿੰਘ ਜੀ ਦੱਸਦੇ ਵੀ ਆਈਸਕ੍ਰੀਮ ਦੇ ਵੀ ਪਕੌੜੇ ਬਣਾਉਣ ਲੱਗ ਪਏ ਹੁਣ। ਆਈਸਕ੍ਰੀਮ ਦੇ ਵੀ ਬਣ ਸਕਦਾ ਜੀ। ਬੰਦਾ ਸਵਾਦ ਲਾਉਣ ਵਾਸਤੇ ਕੁਝ ਵੀ ਕਰ ਸਕਦਾ, ਕਰ ਸਕਦਾ। ਸਵਾਦ ਲਾਉਣ ਵਾਸਤੇ ਵੇਖੋ ਦੱਸਿਆ ਵੀ ਆਈਸਕ੍ਰੀਮ ਦੇ ਵੀ ਪਕੌੜੇ ਬਣ ਜਾਂਦੇ।
ਸੋ ਉਦੋਂ ਇੰਨੇ ਨਹੀਂ ਸੀ ਹੈਗੇ ਭੋਜਨ, ਉਦੋਂ ਤਾਂ ਆਈਸਕ੍ਰੀਮ ਹੀ ਨਹੀਂ ਸੀ ਹੁੰਦੀ, ਥੋੜੇ ਹੁੰਦੇ ਸੀਗੇ ਪਰ ਹੁੰਦੇ ਤੰਦਰੁਸਤੀ ਵਾਲੇ ਸੀਗੇ। ਸੋ ਬੜਾ ਵਧੀਆ ਭੋਜਨ ਜਿਹੜਾ ਉਹ ਸਾਧ ਸੰਗਤ ਦੀ ਬਣਾਇਆ ਗਿਆ। ਮਨ ਭਾਵਤ ਅਚ ਤ੍ਰਿਪਤਾਏ, ਹਾਂਜੀ। ਪੁੰਨ ਪਾਨ ਪਖਾਰ ਸਬਾਏ। ਤੇ ਮਨ ਭਾਵਤ ਅਚ ਤ੍ਰਿਪਤਾਏ, ਐ ਮਨ ਭਾਉਂਦਾ ਸਾਰਿਆਂ ਨੇ ਛਕਿਆ, ਫਿਰ ਹੱਥ ਧੋਤੇ। ਧਨ ਡਾਰ ਝੂਠ ਮਹਿ ਆਏ, ਨਰ ਪਠ ਕਰ ਗੁਰੂ ਬੁਲਾਏ। ਨਖ ਸਮਾ ਤੁਰਤ ਚੱਲ ਆਏ। ਤੇ ਫਿਰ ਪ੍ਰਸ਼ਾਦ ਪਾਣੀ ਛਕਿਆ ਗਿਆ ਤੇ ਸਾਧ ਸੰਗਤ ਜੀ ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਕੋਲ ਇੱਕ ਸਿੱਖ ਭੇਜਿਆ ਵੀ ਸਤਿਗੁਰੂ ਹੁਣ ਲਾਵਾਂ ਦਾ ਸਮਾਂ ਹੋ ਗਿਆ, ਕਿਰਪਾ ਕਰੋ। ਤੇ ਨਰ ਪਠ ਕਰ ਗੁਰੂ ਬੁਲਾਏ, ਲਖ ਸਮਾਂ ਤੁਰਤ ਚੱਲ ਆਏ। ਮਹਾਰਾਜ ਨੇ ਉਸੇ ਵੇਲੇ ਕਿਹਾ ਭਾਈ ਲਾਵਾਂ ਦਾ ਸਮਾਂ ਹੋ ਗਿਆ, ਛੇਤੀ ਕਰੋ। ਚੇਤਾ ਰੱਖਿਓ, ਤੁਸੀਂ ਗੁਰੂ ਸਾਹਿਬ ਦੇ ਵਿਆਹ ਦੀ ਕਥਾ ਸੁਣ ਰਹੇ ਹੋ, ਸਤਿਗੁਰੂ ਦੇ ਵਿਆਹ ਦੀ ਕਥਾ ਸੁਣ ਰਹੇ ਹੋ, ਪਰ ਇੱਕ ਤਰਾਸਦੀ ਹੈ ਸਾਡੀ ਕੌਮ ਦੀ, ਮਹਾਰਾਜ ਨੇ ਵੇਖਿਆ ਲਾਵਾਂ ਦਾ ਸਮਾਂ ਹੋ ਗਿਆ, ਪਹਿਲਾਂ ਲਾਵਾਂ ਜੀ ਹਾਂਜੀ, ਹੁਣ ਮਰਿਆਦਾ ਦੀਆਂ ਧੱਜੀਆਂ ਡਾ ਦਿੰਦੇ ਸਾਡੇ ਬੰਦੇ ਜੀ। 12 ਵਜੇ ਤੋਂ ਪਹਿਲਾਂ ਪਹਿਲਾਂ ਲਾਵਾਂ ਕਰਨੀਆਂ ਤੇ ਸ਼ਾਮਾਂ ਦੇ 4 ਵਜਾਉਂਦੇ ਜੀ, ਸ਼ਾਮਾਂ ਦੇ 4 ਵਜਾਉਂਦੇ, ਫਿਰ ਕਹਿੰਦੇ ਸੁਖੀ ਹੋ ਜੀਏ। ਆਖੋ ਵਾਹਿਗੁਰੂ। ਜਦੋਂ ਕੰਮ ਹੀ ਪੁੱਠੇ ਹੋ ਗਏ ਆ ਤੇ ਸੁਖੀ ਕਿੱਥੋਂ ਹੋਣਾ। ਲਾਵਾਂ ਦਾ ਸਮਾਂ ਹੋ ਗਿਆ, ਗੁਰੂ ਹਰਗੋਬਿੰਦ ਸਾਹਿਬ ਉਸੇ ਵੇਲੇ ਸਾਰਿਆਂ ਨੂੰ ਲੈ ਕੇ ਉਸ ਪਾਸੇ ਆਏ। ਸ੍ਰੀ ਤੇਗ ਬਹਾਦਰ ਬੈਸੇ, ਜਹ ਬੇਦੀ ਸੁੰਦਰ ਹੈ ਸੇ। ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਫਿਰ ਉੱਥੇ ਸਾਧ ਸੰਗਤ ਜੀ ਬੈਠੇ ਆ ਜਿੱਥੇ ਲਾਵਾਂ ਹੋਣੀਆਂ। ਗੁਰ ਸ਼ਬਦ ਪਾਠ ਵੱਡ ਹੋਤਾ। ਆਖੋ ਵਾਹਿਗੁਰੂ। ਤੇ ਗੁਰੂ ਜੀ ਦੇ ਸ਼ਬਦਾਂ ਦਾ ਪਾਠ ਹੋਇਆ ਜੀ, ਲਾਵਾਂ ਦੇ ਪਾਠ ਹੋਏ। ਹਰ ਪਹਿਲੜੀ ਲਾਭ ਪ੍ਰਵਿਰਤੀ ਕਰਮ ਦ੍ਰਿੜਾਇਆ, ਬਲ ਰਾਮ ਜੀਓ। ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜਹੁ, ਪਾਪ ਤਜਾਇਆ, ਬਲ ਰਾਮ ਜੀਓ। ਬਾਣੀਆਂ ਦਾ ਪਾਠ ਹੋਇਆ ਜੀ। ਹਾਂਜੀ। ਸੁਨ ਰਾਗ ਅਨੇਕ ਉਦੋਤਾ। ਅਨੇਕ ਤਰ੍ਹਾਂ ਦੇ ਰਾਗਾਂ 'ਚ ਕੀਰਤਨ ਹੋਇਆ ਜੀ। ਕਿੰਨਾ ਸਮਾਂ ਕੀਰਤਨ ਹੁੰਦਾ ਰਿਹਾ ਖੁਸ਼ੀ 'ਚ। ਹੁਣ ਤੇ ਸੌਖਾ ਹੀ ਕੰਮ ਹੈ ਵੀ ਲਾਵਾਂ ਤੋਂ ਬਾਅਦ 2 ਸ਼ਬਦ ਪੜ੍ਹੋ ਤੇ ਭੋਗ ਪਾਓ ਛੇਤੀ, ਤੇ ਜੇ 2 ਸ਼ਬਦ ਰਾਗੀਆਂ ਵੱਧ ਪੜ੍ਹ ਲਏ ਤੇ ਲੜਨ ਵੀ ਲੱਗ ਪੈਂਦੇ ਜੀ। ਮੈਨੂੰ ਇੱਕ ਗੁਰਮੁਖਾਂ ਨੇ ਗੱਲ ਸੁਣਾਈ, ਕਦੀ ਐਸਾ ਨਾ ਕਰਿਓ। ਇੱਕ ਬੰਦਾ ਬਹੁਤ ਅਮੀਰ, ਉਹਦੇ ਬੱਚੇ ਦਾ ਵਿਆਹ, ਉਹਦੇ ਪੁੱਤ ਦਾ ਵਿਆਹ, ਤੇ ਪੁੱਤ ਦੇ ਵਿਆਹ ਦੇ ਵਿੱਚ ਪਾਠ ਤੇ ਕਰਾਉਣਾ ਹੀ ਪੈਣਾ ਸੀਗਾ ਜੀ। ਪਾਠੀ ਸਿੰਘਾਂ ਨੂੰ ਆਖਿਆ ਵੀ ਸਾਡੇ ਘਰ ਸੁਖਮਣੀ ਸਾਹਿਬ ਕਰ ਦਿਓ। ਸੁਖਮਣੀ ਸਾਹਿਬ ਉਹਨਾਂ ਕਰਤਾ। ਫਿਰ ਵੇਖੋ ਐਡੇ ਗਏ ਗੁਜਰੇ ਸਨ, ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਆਪ ਨਹੀਂ ਲੈਣ ਗਏ। ਪਾਠੀ ਸਿੰਘਾਂ ਨੇ ਆਪ ਹੀ ਮਹਾਰਾਜ ਜੀ ਦੇ ਸਰੂਪ ਲਿਆ ਕੇ ਪ੍ਰਕਾਸ਼ ਕਰਤੇ। ਤੁਰਦੇ ਫਿਰਦੇ ਰਹੇ ਤੇ ਰਾਗੀ ਸਿੰਘ ਨੂੰ ਪਤਾ ਕੀ ਆਖਿਆ ਕਿ ਤੂੰ 2 ਸ਼ਬਦ ਪੜ੍ਹਨੇ ਬਸ। 2 ਸ਼ਬਦ ਪੜ੍ਹੇ ਤੇ 2500 ਰੁਪਈਆ ਦੇਣਾ ਸੀ, ਤੇ ਉਹਨੇ 3 ਪੜ੍ਹ ਦਿੱਤੇ ਜੀ। ਸ਼ਬਦ 3 ਪੜ੍ਹਤੇ। ਇਸ ਗੱਲ ਤੋਂ ਲੜ ਪਿਆ ਉਹ ਜੀ ਵੀ ਸ਼ਬਦ ਕਿਉਂ 3 ਪੜ੍ਹੇ ਜੇ, 2 ਹੀ ਪੜ੍ਹਨੇ ਸੀ। ਤੇ ਨਾਲੇ ਲੜ ਪਿਆ ਤੇ ਨਾਲ ਪੈਸੇ ਵੀ ਰੱਖ ਲਏ ਉਹਨਾਂ ਦੇ ਵੀ ਜਾਓ ਪੈਸੇ ਨਹੀਂ ਦੇਣੇ ਤੁਸੀਂ, ਤੇ ਪੈਸੇ ਦੇ ਲਾਲਚ 'ਚ ਵੱਧ ਸ਼ਬਦ ਪੜ੍ਹੇ। ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਮਹਾਰਾਜ ਦੇ ਸਥਾਨ ਤੇ ਛੱਡਣ ਫਿਰ ਨਹੀਂ ਗਏ। ਵਿਆਹ ਵਾਲੇ ਲੜਕੇ ਨੇ ਬਸ ਮਹਾਰਾਜ ਜੀ ਦੀ ਸਵਾਰੀ ਸੀਸ ਤੇ ਰੱਖ ਕੇ ਫੋਟੋ ਖਿਚਾ ਲਈ ਜੀ, ਤੇ ਅੱਗੋਂ ਫਿਰ ਗ੍ਰੰਥੀ ਸਿੰਘ ਲੈ ਗਏ। ਤੇ ਫਿਰ ਬਣਿਆ ਕੀ ਜੀ, ਅਗਲੇ ਦਿਨ ਗਏ ਜਦੋਂ ਪੈਲਸ 'ਚ, 10 ਲੱਖ ਰੁਪਈਆ ਗਾਉਣ ਵਾਲੇ ਨੂੰ ਦਿੱਤਾ। 10 ਲੱਖ ਰੁਪਈਆ। ਤੇ ਵਾਰ ਨੇ ਖੁਸ਼ੀ ਨਾਲ ਹੀ ਬੜੇ ਦਿੱਤੇ, ਤੇ ਇਨਾਮ ਵੀ ਦਿੱਤਾ ਵੀ ਤੂੰ ਬੜਾ ਸੋਹਣਾ ਗਾਇਆ। ਉਹ ਵੀ 1 ਲੱਖ 2 ਲੱਖ ਇਨਾਮ ਵੈਸੇ ਹੀ ਦਿੱਤਾ ਜੀ।
ਤੇ ਫਿਰ ਕੀ ਸੀ, ਜਿਹੜੀ ਨਹੁੰ ਆਈ ਉਹ ਫਿਰ ਜ਼ਿਆਦੀ ਸਿਆਣੀ ਆ ਗਈ ਜੀ। ਕੁਛ ਠੱਗੀ ਮਾਰ ਕੇ ਸਭ ਕੁਝ ਹੀ ਲੈ ਗਈ, ਕੰਗਾਲ ਕਰ ਗਈ ਕੰਗਾਲ। ਤੇ ਫਿਰ ਪਾਠ ਕਰਾਇਆ ਤੇ ਉਸੇ ਰਾਗੀ ਸਿੰਘ ਨੂੰ ਕੋ ਕੀਰਤਨ ਕਰਾਇਆ ਜੀ। ਤੇ ਉਹ ਕਹਿੰਦਾ ਚੇਤਾ ਆਇਆ ਮੈਂ ਉਹੋ ਹੀ ਆ, ਪੈਸੇ ਮਾਰ ਲਏ ਸੀਗੇ। ਤੇ ਉਦੋਂ 2500 ਦੇਣਾ ਸੀਗਾ, ਸ਼ਬਦ ਤੂੰ 2 ਕਿਹਾ ਸੀ ਤੇ ਮੈਂ 3 ਪੜ੍ਹੇ ਸੀ ਤੇ ਤੂੰ ਮਾਇਆ ਨਹੀਂ ਸੀ ਦਿੱਤੀ। ਇਹ ਬੰਦਿਆਂ ਦਾ ਹਾਲ ਚ। ਜੇ ਬਾਣੀ ਦੇ ਨਾਲ ਸਮਝੌਤਾ ਕਰੋਗੇ ਸੁੱਖ ਨਹੀਂ ਕਦੀ ਹੋਏਗਾ। ਆਖੋ ਵਾਹਿਗੁਰੂ ਵਾਹਿਗੁਰੂ। ਕਦੀ ਸੁੱਖ ਨਹੀਂ ਹੋਏਗਾ। ਬਾਣੀ ਨਾਲ ਨਹੀਂ ਸਮਝੌਤਾ ਕਰਨਾ। ਵੱਧ ਕੀਰਤਨ ਹੋਇਆ, ਗੁਰੂ ਤੇਗ ਬਹਾਦਰ ਸਾਹਿਬ ਦਾ ਵਿਆਹ ਹੈ, ਗੁਰ ਸ਼ਬਦ ਪਾਠ ਵੱਡ ਹੋਤਾ, ਜ਼ਿਆਦਾ ਹੋਇਆ ਜੀ। ਸੁਨ ਰਾਗ ਅਨੇਕ ਉਦੋਤਾ, ਗੁਰੂ ਕੇ ਰਾਗੀਆਂ ਨੇ ਰਾਗਾਂ ਵਿੱਚ ਕੀਰਤਨ ਕੀਤਾ। ਬਹੁ ਗਾਏ ਰਬਾਬੀ ਨੀਕੇ, ਰਬਾਬੀ ਬੜੇ ਪਿਆਰ ਨਾਲ ਰਾਗ ਸੁਣਾਉਂਦੇ ਆ, ਜਿਸ ਤੇ ਸੁਖ ਹੋਵਤ ਜੀ ਕੇ, ਜਿਹਦੇ ਨਾਲ ਮਨ ਨੂੰ ਸੁੱਖ ਮਿਲਦਾ। ਤੇ ਜਿਹੜਾ ਰੰਗਾ ਰੰਗ ਪ੍ਰੋਗਰਾਮ ਵਿਆਹਾਂ ਵਿੱਚ ਹੁੰਦਾ ਉਹਦੇ ਨਾਲ ਮਨ ਨੂੰ ਥੋੜੀ ਸੁੱਖ ਮਿਲਦਾ ਜੀ। ਹਾਂਜੀ, ਪੁੰਨ ਸਭਾ ਲਗੀ ਗੁਰ ਪਾਸੀ, ਫਿਰ ਕੀਰਤਨ ਦੀ ਸੰਪੂਰਨਤਾ ਹੀ ਹੋਈ, ਲਾਵਾਂ ਹੋਈਆਂ, ਸਭਾ ਲੱਗ ਗਈ, ਸਭ ਆਏ ਆਨੰਦ ਪ੍ਰਕਾਸ਼ੀ, ਸਾਰੇ ਆ ਕੇ ਮਹਾਰਾਜ ਦੇ ਕੋਲ ਬੈਠ ਗਏ, ਬੜਾ ਆਨੰਦ ਬਣਿਆ। ਜਿਤ ਕਿਤ ਤੇ ਜਾਚਕ ਆਏ, ਜਸ ਗਾਵਤ ਧਨ ਕੋ ਪਾਏ। ਮੰਗਤੇ ਆਏ, ਭੰਡ ਆਏ, ਸਿਆਣੇ ਬਜ਼ੁਰਗ ਤੁਸੀਂ ਬੈਠੇ ਜੇ, ਤੁਹਾਨੂੰ ਪਤਾ ਪਹਿਲਾਂ ਵਿਆਹਾਂ ਦੇ ਵਿੱਚ ਹੀ ਭੰਡ ਆਉਂਦੇ ਹੁੰਦੇ ਸੀਗੇ ਜੀ। ਬੜੇ ਬੜੇ ਭੰਡ ਆਏ, ਉਹ ਮਹਾਰਾਜ ਦਾ ਜਸ ਗਾਉਂਦੇ ਆ, ਮਹਾਰਾਜ ਖੁੱਲਾ ਧਨ ਦਿੰਦੇ ਹਨ। ਸ਼੍ਰੀ ਸਤਿਗੁਰ ਹਰਗੋਬਿੰਦ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ। ਸ਼ਬ ਪਾਵਤ ਭਏ ਬਿਲੰਦਨ, ਮਹਾਰਾਜ ਬਹੁਤੇ ਹੀ ਫੱਬਣ ਜੀ। ਆਖੋ ਵਾਹਿਗੁਰੂ। 5ਵੇਂ ਸਾਹਿਬਜ਼ਾਦੇ ਦਾ ਵਿਆਹ ਮਹਾਰਾਜ ਦੇ। ਹਾਂਜੀ, ਕੋ ਬੜ ਕਹੋਂ ਸਮਾਜਾ, ਕਹਿੰਦੇ ਮੈਂ ਕਿੱਥੋਂ ਕਿੱਥੋਂ ਤੱਕ ਤੁਹਾਨੂੰ ਬਿਆਨ ਕਰਕੇ ਦੱਸਾਂ। ਵਿੱਚ ਸਭਾ ਸੁਭੈ ਮਹਾਰਾਜਾ, ਮਹਾਰਾਜ ਗਰੀਬ ਨਵਾਜ ਸਭਾ ਵਿੱਚ ਬੈਠੇ ਫੱਬ ਰਹੇ ਆ। 4 ਪੁੱਤਰ ਗੁਰੂ ਜੀ ਦੇ ਲਾਗੇ ਹਨ ਜੀ। ਬਾਬਾ ਟਲ ਰਾਏ ਸਾਹਿਬ ਸੰਗਤ ਜੀ ਤੋਂ ਸਰੀਰ ਤਿਆਗ ਗਏ ਸੀਗੇ। 4 ਪੁੱਤਰ ਲਾਗੇ ਬੈਠੇ ਆ, ਪੋਤਰੇ ਲਾਗੇ ਬੈਠੇ ਹਨ। ਹਿਤ ਭੋਜਨ ਬਹੁਰ ਬੁਲਾਏ, ਫਿਰ ਦੁਬਾਰਾ ਭੋਜਨ ਵਾਸਤੇ ਬੁਲਾਇਆ ਜੀ, ਕਿਉਂ ਕਥਾ ਕੀਰਤਨ ਹੋਇਆ ਜੀ ਲੰਮਾ ਸਮਾਂ। ਹਾਂਜੀ, ਮਗ ਮਰਤ ਪਾਵੜੇ ਆਏ, ਤੇ ਫਿਰ ਉਸ ਰਸਤੇ ਆ ਗਏ ਜਿੱਥੇ ਪੰਗਤ ਲਾਉਣੀ ਸੀਗੀ, ਸਾਧ ਸੰਗਤ ਜਿੱਥੇ ਲੰਗਰ ਛਕਣਾ ਸੀ। ਕਰ ਪੰਕਤ ਥਿਤ ਸਮੁਦਾਈ, ਪੰਗਤਾਂ ਲਾ ਕੇ ਸਾਰੇ ਬੈਠ ਗਏ। ਗੁਰ ਚੌਂਕੀ ਪਰ ਦੁੱਤ ਪਾਈ, ਮਹਾਰਾਜ ਸੱਚੇ ਪਾਤਸ਼ਾਹ ਚੌਂਕੀ ਦੇ ਉੱਤੇ ਸੱਜ ਗਏ। ਬਾਰ ਨੁਗਦੀ ਮੋਦਕ ਬ੍ਰਿੰਦਾ, ਬਾਰ ਨੁਗਦੀ। ਆਖੋ ਵਾਹਿਗੁਰੂ। ਟ੍ਰੈਂਡ ਹੁਣ ਚੱਲ ਰਿਹਾ ਦੁਬਾਰਾ, ਨੁਗਦੀ ਕਹਿੰਦੇ ਬੂੰਦੀ ਨੂੰ। ਬਾਰ ਸ੍ਰੇਸ਼ਟ, ਬੜੀ ਵਧੀਆ ਬੂੰਦੀ ਦੇ ਲੱਡੂ ਬਣੇ ਹੋਏ ਸੀਗੇ ਜੀ। ਆਖੋ ਵਾਹਿਗੁਰੂ। ਵਾਹਿਗੁਰੂ। ਜਦੋਂ ਇਹ ਪ੍ਰਸੰਗ ਪੜ੍ਹਿਆ ਨਾ ਤੇ ਫਿਰ ਫੁਰਨਾ ਬਣਿਆ ਵੀ ਆਪਾਂ ਵੀ ਬੂੰਦੀ ਦੇ ਲੱਡੂ ਛਕਾਈਏ ਸੰਗਤ ਨੂੰ। ਮਹਾਰਾਜ ਦੇ ਵਿਆਹ 'ਚ ਬੂੰਦੀ ਦੇ ਲੱਡੂ ਵਰਤੇ ਆ, ਪਰ ਉਹ ਆਰਡਰ ਵਾਲਾ ਉਹ ਹਲਵਾਈ ਕਹਿੰਦਾ ਵੀ ਪਹਿਲਾਂ ਆਰਡਰ ਦਿਆ ਕਰੋ। ਆਖੋ ਵਾਹਿਗੁਰੂ। ਵੀ ਮੈਂ ਰੀਝ ਦੇ ਨਾਲ ਐ ਵੱਡੀ ਬੂੰਦੀ ਦੇ ਲੱਡੂ ਖਵਾਉਂਦਾ ਤੁਹਾਨੂੰ, ਪਰ ਹੁਣ ਜਿਹੋ ਜਿਹੇ ਆਏ ਤੁਸੀਂ ਪ੍ਰਵਾਨ ਕਰ ਲਿਓ। ਬੂੰਦੀ ਦੇ ਲੱਡੂ ਜਿਹੜੇ ਆ ਉਹ ਵਰਤਾਏ ਜਾ ਰਹੇ ਹਨ। ਧਰ ਅਗਰ ਜਲੇਬ ਬਿਲੰਦਾ, ਫਿਰ ਜਲੇਬ ਵੀ ਨਿਕਲੇ ਜੀ। ਇਹ ਤੇ ਸ਼ਾਹੀ ਖਾਣਾ ਸੀਗਾ ਜੀ। ਵਿਆਹਾਂ ਵਿੱਚ ਹੀ ਜਲੇਬ ਛਕਣ ਨੂੰ ਮਿਲਦੇ ਸੀਗੇ ਉਦੋਂ। ਬੜੇ ਬੜੇ ਸੋਹਣੇ ਜਲੇਬ ਜਿਹੜੇ ਆ ਉਹ ਵਰਤ ਰਹੇ ਹਨ। ਇਤਿਆਦ ਪਰੋਸ ਆਹਾਰਾ, ਸੋ ਬੜੇ ਤਰ੍ਹਾਂ ਦੇ ਸਬਜ਼ੀਆਂ ਪਕਵਾਨ ਜਿਹੜੇ ਆ ਸਾਧ ਸੰਗਤ ਜੀ ਉਹ ਪਰੋਸੇ ਗਏ। ਵੱਡ ਹੋਤ ਭਈ ਜਿਵਨਾਰਾ, ਤੇ ਬੜੇ ਪ੍ਰੇਮ ਦੇ ਨਾਲ ਸਾਰੇ ਛਕ ਰਹੇ ਹਨ। ਤਿਉ ਹੋਤ ਆਨੰਦ ਬਿਲੰਦਾ, ਅਚਲੀਨ ਜਥਾ ਰੁਚ ਬ੍ਰਿੰਦਾ। ਬੜੇ ਪਿਆਰ ਨਾਲ, ਬੜੇ ਹੀ ਪਿਆਰ ਨਾਲ ਸਾਧ ਸੰਗਤ ਜੀ ਸੰਗਤਾਂ ਛਕਦੀਆਂ ਨੇ। ਤੇ ਮਹਾਰਾਜ ਗਰੀਬ ਨਵਾਜ ਬੂੰਦੀ ਦੇ ਲੱਡੂ ਛਕ ਰਹੇ ਗੁਰੂ ਹਰਗੋਬਿੰਦ ਸਾਹਿਬ। ਆਖੋ ਵਾਹਿਗੁਰੂ। ਵਾਹਿਗੁਰੂ।
ਗੁਰੂ ਤੇਗ ਬਹਾਦਰ ਸਾਹਿਬ ਬੂੰਦੀ ਦੇ ਲੱਡੂ ਛਕ ਰਹੇ ਨੇ। ਗੁਰੂ ਹਰ ਰਾਏ ਸਾਹਿਬ ਬੂੰਦੀ ਦੇ ਲੱਡੂ ਛਕ ਰਹੇ ਨੇ। ਤੇ ਵੇਖੋ ਸਿੱਖ ਛਕ ਰਹੇ ਆ, ਜਲੇਬ ਛਕੇ ਸਾਰਿਆਂ, ਪ੍ਰਸ਼ਾਦ ਪਾਣੀ ਭੋਜਨ ਛਕਿਆ, ਦੇ ਲਾਗ ਭਲੇ ਚੱਲ ਆਏ। ਫਿਰ ਲਾਗ ਦਿੱਤਾ ਜੀ। ਉਹ ਜਦੋਂ ਪ੍ਰਸ਼ਾਦਾ ਛਕਦੇ ਸੀ ਨਾ, ਉਦੋਂ ਵੀ ਲਾਗੀ ਆ ਕੇ ਖਲੋ ਜਾਂਦੇ ਸੀ, ਲਾਗ ਦਿਓ। ਮਹਾਰਾਜ ਨੇ ਲਾਗ ਦਿੱਤਾ, ਲਾਗ ਦੇ ਕੇ ਚੱਲ ਪਏ। ਇਮ ਬਾਸੁਰ ਤੀਨ ਬਤਾਏ। ਇਸ ਤਰੀਕੇ ਨਾਲ 3 ਪਹਿਰ ਮਹਾਰਾਜ ਉੱਥੇ ਰਹੇ ਜੀ। ਬਾਬਾ ਲਾਲ ਚੰਦ ਜੀ ਦੇ ਘਰ ਧਰ ਲਾਲ ਚੰਦ ਦੇ ਦਾਜਾ, ਹਾਂਜੀ। ਬਹੁ ਭੂਖਨ ਬਸਤਰ ਸਮਾਜਾ। ਤੇ ਇਸ ਤਰ੍ਹਾਂ ਦੱਸਦੇ ਆ ਵੀ 3 ਰਾਤਾਂ ਹੀ ਮਹਾਰਾਜ ਉੱਥੇ ਰਹੇ ਜੀ। ਆਖੋ ਵਾਹਿਗੁਰੂ। ਉਸੇ ਨਗਰ 'ਚ ਹੀ ਸੀ ਭਾਵੇਂ ਵਿਆਹ, ਪਰ 3 ਰਾਤਾਂ ਮਹਾਰਾਜ ਲਾਲ ਚੰਦ ਜੀ ਦੇ ਘਰ ਹੀ ਰਹੇ ਜੀ। 3 ਰਾਤਾਂ ਰਹੇ। ਹੁਣ ਕੰਮ ਸੌਖਾ ਵੀ ਪੈਲਸ ਚੋਂ ਆਓ ਤੇ ਪੈਲਸ ਚੋਂ ਸਤਿ ਸ੍ਰੀ ਅਕਾਲ ਜਾਓ। 3 ਰਾਤਾਂ ਮਹਾਰਾਜ ਰਹੇ। ਤਬ ਲਾਲ ਚੰਦ ਦੇ ਦਾਜਾ, ਮਰਿਆਦਾ ਸੀਗੀ, ਕੁਲ ਦੀ ਰੀਤੀ ਸੀਗੀ। ਦਾਜ ਰੱਖਿਆ ਬਾਬਾ ਲਾਲ ਚੰਦ ਜੀ ਨੇ ਅੱਗੇ। ਜਦੋਂ ਤੋਰਨ ਲੱਗਦੇ ਸੀ ਨਾ, ਉਦੋਂ ਦਾਜ ਵਿਖਾਉਂਦੇ ਸੀਗੇ ਜੀ। ਹਾਂਜੀ। ਬਹੁ ਭੂਖਨ ਬਸਤਰ ਸਮਾਜਾ। ਬੜੇ ਗਹਿਣੇ, ਬੜੇ ਕੱਪੜੇ, ਬੜਾ ਕੁਝ ਅੱਗੇ ਰੱਖਿਆ ਜੀ। ਧਰ ਜਥਾ ਸ਼ਕਤ ਕਰ ਜੋਰੇ। ਤੇ ਸਭ ਕੁਝ ਰੱਖ ਕੇ ਬਾਬਾ ਲਾਲ ਚੰਦ ਜੀ ਨੇ ਸਤਿਗੁਰੂ ਜੀ ਦੇ ਅੱਗੇ ਹੱਥ ਜੋੜ ਲਏ। ਨਹਿ ਸਰਿਓ ਕਛੂ ਢਿਗ ਮੋਰੇ। ਤੇ ਕਹਿਣ ਲੱਗੇ, ਮਹਾਰਾਜ ਮੇਰੇ ਕੋਲੋਂ ਕੁਝ ਸਰਿਆ ਨਹੀਂ ਹੈ, ਮੈਂ ਬਹੁਤਾ ਕੁਝ ਨਹੀਂ ਤੁਹਾਨੂੰ ਦਿੱਤਾ। ਇੱਕ ਤਨੁਜਾ ਮੈਂ ਹਿਤ ਸੇਵਾ। ਇੱਕ ਪੁੱਤਰੀ ਹੈ ਬਸ, ਉਹ ਸੇਵਾ ਵਾਸਤੇ ਭੇਟ ਕਰਦਾ ਹਾਂ। ਅਰਪਨ ਕੀਨ ਗੁਰ ਦੇਵਾ। ਉਹ ਮੈਂ ਤੁਹਾਡੇ ਚਰਨਾਂ 'ਚ ਭੇਟ ਕਰ ਦਿੱਤੀ ਹੈ। ਲੈ ਬਿਸ਼ਨ ਕੋਏ ਰਸੰਗਦਾਰਾ, ਹੋਏ ਦੀਨ ਸੋ ਬਾਕ ਉਚਾਰਾ। ਬਾਬਾ ਲਾਲ ਚੰਦ ਜੀ ਆਪਣੀ ਪਤਨੀ ਮਾਤਾ ਬਿਸ਼ਨ ਕੌਰ ਜੀ ਨੂੰ ਨਾਲ ਲੈ ਗਏ। ਇਹ ਧੰਨ ਮਾਤਾ ਗੁਜਰੀ ਜੀ ਦੇ ਮਾਤਾ ਪਿਤਾ ਨੇ ਜੀ। ਗੁਰੂ ਤੇਗ ਬਹਾਦਰ ਵਾਹਿਗੁਰੂ 10ਵੇਂ ਪਾਤਸ਼ਾਹ ਦੇ ਨਾਨੀ ਨਾਨਾ ਜੀ ਹਨ ਜੀ। ਦੋਵੇਂ ਜਣੇ ਹੱਥ ਜੋੜ ਕੇ ਮਹਾਰਾਜ ਨੂੰ ਬਚਨ ਕਰਦੇ, ਸੱਚੇ ਪਾਤਸ਼ਾਹ ਅਸੀਂ ਫਿਰ ਬਹੁਤੀ ਸੇਵਾ ਨਹੀਂ ਕੀਤੀ। ਹਾਂਜੀ। ਸੁਨ ਸਤਿਗੁਰ ਭਏ ਕਿਰਪਾਲਾ। ਮਹਾਰਾਜ ਬੜੇ ਕਿਰਪਾਲੂ ਹੋਏ ਜੀ, ਦਇਆ ਦੇ ਘਰ ਵਿੱਚ ਆਏ। ਤੁਮ ਦੀਨੋ ਸਕਲ ਵਿਸਾਲਾ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ, ਲਾਲ ਚੰਦ ਤੁਸੀਂ ਸਭ ਕੁਝ ਹੀ ਦੇ ਦਿੱਤਾ। ਗੱਜ ਕੇ ਆਖੋ ਵਾਹਿਗੁਰੂ। ਗੱਜ ਕੇ ਵਾਹਿਗੁਰੂ। ਮਹਾਰਾਜ ਕਹਿਣ ਲੱਗੇ, ਲਾਲ ਚੰਦ ਤੁਮ ਦੀਨੋ ਸਕਲ ਵਿਸਾਲਾ, ਤੁਸੀਂ ਤਾਂ ਸਭ ਕੁਝ ਹੀ ਦੇ ਦਿੱਤਾ। ਕਹਿੰਦੇ ਕਿਉਂ? ਜਿਨ ਤਨੁਜਾ ਅਰਪਨ ਕੀਨੰ, ਕਿਆ ਪਾਛੇ ਤਿਨ ਰਖ ਲੀਨੰ। ਮਹਾਰਾਜ ਕਹਿੰਦੇ ਜਿਹਨੇ ਧੀ ਦੇ ਦਿੱਤੀ ਉਹਨੇ ਪਿੱਛੇ ਕੀ ਰੱਖਿਆ ਜੀ। ਬੜਾ ਵੱਡਾ ਦਾਨ ਮੰਨਿਆ ਤੇ ਹਿੰਦੂ ਧਰਮ ਵਾਲੇ ਵੀ ਕਹਿੰਦੇ ਆ ਵੀ ਕੰਨਿਆ ਦਾਨ ਕਰਨਾ। ਬੜੇ ਬੜੇ ਦਾਨੀ ਨੇ ਲੋਕ, ਪਰ ਧੀਆਂ ਵਾਲੇ ਮਾਣ ਕਰ ਸਕਦੇ ਆ ਕਿ ਉਹ ਕੱਲ ਨੂੰ ਆਪਣੀ ਬੱਚੀ ਵਿਆਹੁਣਗੇ ਤੇ ਧੀ ਦਾ ਦਾਨ ਕਰਨਾ ਜੀ ਉਹਨਾਂ ਨੇ। ਸਾਰਿਆਂ ਦੇ ਹਿੱਸੇ ਥੋੜੀ ਆਉਂਦੀ ਜੀ ਇਹ ਗੱਲ। ਮਹਾਰਾਜ ਕਹਿੰਦੇ ਜਿਹਨੇ ਧੀ ਦਾਨ ਕਰ ਦਿੱਤੀ, ਜਿਹਨੇ ਧੀ ਦਿੱਤੀ, ਉਹਨੇ ਪਿੱਛੇ ਕੀ ਰੱਖ ਲਿਆ। ਬਾਪੂ ਦੀ ਪੱਗ ਹੁੰਦੀ ਹੈ, ਉਹਦੀ ਧੀ ਪੱਗ ਹੁੰਦੀ ਹੈ, ਤੇ ਸਮਝੋ ਜਿਹਨੇ ਪੱਗ ਹੀ ਦੇ ਦਿੱਤੀ, ਇੱਜ਼ਤ ਹੀ ਦੇ ਦਿੱਤੀ, ਤੇ ਪਿੱਛੇ ਕੀ ਰੱਖ ਲਿਆ ਜੀ। ਮਹਾਰਾਜ ਕਹਿੰਦੇ ਜਿਨ ਤਨੁਜਾ ਅਰਪਨ ਕੀਨੰ, ਕਿਆ ਪਾਛੇ ਤਿਨ ਰਖ ਲੀਨੰ। ਜਿਹਨੇ ਧੀ ਅਰਪਿਤ ਕਰ ਦਿੱਤੀ, ਉਹਨੇ ਪਿੱਛੇ ਕੀ ਰੱਖਿਆ, ਉਹਨੇ ਸਭ ਕੁਝ ਹੀ ਦੇ ਦਿੱਤਾ। ਇਹ ਬੜੀ ਵੱਡੀ ਠੱਲ 'ਚ ਉਹਨਾਂ ਵਾਸਤੇ ਜਿਹੜੇ ਦਾਜ ਮੰਗਦੇ ਜੀ, ਜਿਨ੍ਹਾਂ ਨੂੰ ਲਹੂ ਲੱਗਾ ਜੀ। ਅੱਜ ਕੱਲ ਹੋਰ ਕੰਮ ਤੁਰਿਆ। ਪਹਿਲਾਂ ਸਾਜੋ ਸਮਾਨ ਮੰਗਦੇ ਹੁੰਦੇ ਸੀ, ਗੱਡੀਆਂ ਮੰਗਦੇ ਹੁੰਦੇ ਸੀ, ਅੱਜ ਕੱਲ ਕੈਸ਼ ਮੰਗਦੇ ਹੈ, ਚੈੱਕ ਵੀ ਮੰਗਦੇ ਆ, ਕੈਸ਼ ਮੰਗਦੇ ਆ, ਚੈੱਕ ਮੰਗਦੇ ਆ ਵੀ ਇੰਨੇ ਪੈਸੇ ਦਿਓ। ਲਾਲਚ ਬੰਦੇ ਦਾ ਸਿਖਰ ਤੇ ਵੱਧ ਗਿਆ।
ਪਰ ਉਸ ਲਾਲਚ ਕਰਨ ਵਾਲੇ ਨੂੰ ਸੋਚਣਾ ਚਾਹੀਦਾ, ਪਿਆਰਿਆ, ਜਿਹਨੇ ਧੀ ਦੇ ਦਿੱਤੀ, ਹੋਰ ਕੀ ਚਾਹੀਦਾ ਈ ਤੈਨੂੰ। ਹਾਂਜੀ, ਸੁਨ ਲਾਲ ਚੰਦ ਪਦ ਬੰਦੇ। ਲਾਲ ਚੰਦ ਜੀ ਨੇ ਹੱਥ ਜੋੜ ਲਏ, ਗੁਰੂ ਹਰਗੋਬਿੰਦ ਸਾਹਿਬ ਨੂੰ ਨਮਸਕਾਰ ਕੀਤੀ। ਮਹਾਰਾਜ ਕਹਿੰਦੇ, ਲਾਲ ਚੰਦ, ਬੈਰਾਗ ਨਹੀਂ ਕਰਨਾ, ਤੁਸੀਂ ਦਾਨ ਦੇਣ ਵਾਲੇ ਹੋ, ਅਸੀਂ ਦਾਨ ਲੈਣ ਵਾਲੇ ਹਾਂ। ਆਖੋ ਵਾਹਿਗੁਰੂ। ਵਾਹਿਗੁਰੂ। ਦੋ ਪ੍ਰਕਾਰ ਦਾ ਦਾਨ ਹੈ, ਇੱਕ ਹੈ ਆਹ ਵਾਲਾ ਦਾਨ, ਇੱਕ ਜਿਹੜਾ ਮਾਇਆ ਦਾ ਦਾਨ ਹੈ ਨਾ, ਇਹ ਵੀ ਧਿਆਨ ਨਾਲ ਸੁਣ ਲਿਓ। ਦਾਨ ਸ਼ਬਦ ਆਇਆ, ਮੈਂ ਤਾਂ ਬੇਨਤੀ ਕਰਨ ਲੱਗਾ। ਇੱਕ ਹੁੰਦਾ ਹੈ ਦਸਵੰਧ, ਵੀ ਕਮਾਈ ਦਾ 10ਵਾਂ ਹਿੱਸਾ ਕੱਢ ਦੇਣਾ, ਉਹ ਦੇ ਦੇਣਾ। ਤੇ ਕਈ ਦਸਵੰਧ ਨੂੰ ਹੀ ਦਾਨ ਕਹਿੰਦੇ ਆ। ਨਹੀਂ ਪਿਆਰਿਓ, ਦਸਵੰਧ ਦਾਨ ਨਹੀਂ ਹੁੰਦਾ, ਦਸਵੰਧ ਜ਼ਿੰਮੇਵਾਰੀ ਹੈ। ਦਸਵੰਧ ਕੱਢਣਾ ਜ਼ਿੰਮੇਵਾਰੀ ਹੈ, ਕੱਢਣਾ ਪੈਣਾ, ਸਿੱਖ ਕੱਢਣਾ ਪੈਣਾ ਸਿੱਖ ਨੂੰ। ਤੇ ਦਾਨ ਕੀ ਹੈ? ਦਸਵੰਧ ਕੱਢ ਕੇ ਵੱਧ ਜਿਹੜੀ ਮਾਇਆ ਦੇ ਰਹੇ, ਉਹ ਦਾਨ ਹੈ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਪਰ ਗੁਰੂ ਨੂੰ ਕੀ ਦਾਨ ਦਿਆਂਗੇ? ਗੁਰੂ ਨੇ ਤਾਂ ਸਾਨੂੰ ਦਾਨ ਦੇਣਾ। ਪਰ ਆਹ ਦਾਨ ਧੀ ਵਾਲਾ ਬੜਾ ਵੱਡਾ। ਮਹਾਰਾਜ ਕਹਿੰਦੇ, ਤੁਸੀਂ ਦੇਣ ਵਾਲੇ, ਅਸੀਂ ਲੈਣ ਵਾਲੇ। ਤੇ ਵੱਡਾ ਕੌਣ ਹੁੰਦਾ? ਸਾਧ ਸੰਗਤ, ਦੇਣ ਵਾਲਾ। ਆਖੋ ਵਾਹਿਗੁਰੂ। ਸਮਾਜ 'ਚ ਕੰਮ ਪੁੱਠੇ ਤੁਰ ਪਏ, ਇੱਥੇ ਦੇਣ ਵਾਲੇ ਵੱਡੇ ਜਿਹੜੇ ਉਹ ਡਰਦੇ ਫਿਰਦੇ ਆ, ਤੇ ਜਿਹੜੇ ਲੈਣ ਵਾਲੇ ਹੁੰਦੇ, ਲੜਕਾ ਪਰਿਵਾਰ, ਉਹ ਟੌਰ ਨਾਲ ਤੁਰੇ ਫਿਰਦੇ ਆ, ਉਹ ਵਿਚਾਰੇ ਡਰਦੇ ਫਿਰਦੇ ਆ। ਪਰ ਵੱਡਾ ਦੇਣ ਵਾਲਾ ਹੁੰਦਾ ਜੀ। ਮਹਾਰਾਜ ਕਹਿੰਦੇ, ਤੁਸੀਂ ਦੇਣ ਵਾਲੇ ਹੋ, ਅਸੀਂ ਦਾਨ ਲੈਣ ਵਾਸਤੇ ਆਏ ਹਾਂ। ਬਾਬਾ ਲਾਲ ਚੰਦ ਜੀ ਨੇ ਦੋਵੇਂ ਹੱਥ ਜੋੜ ਲਏ। ਪੁੰਨ ਡੋਰਾ ਲਿਆਏ ਬਿਲੰਦੇ, ਫਿਰ ਡੋਲਾ ਮੰਗਵਾਇਆ, ਤਹਿ ਗੁਜਰੀ ਸੁਤਾ ਬਿਠਾਈ। ਉੱਥੇ ਸਾਧ ਸੰਗਤ ਜੀ ਆਪਣੀ ਬੱਚੀ ਨੂੰ ਬਿਠਾਇਆ ਜੀ। ਆਖੋ ਧੰਨ ਧੰਨ ਮਾਤਾ ਗੁਜਰੀ ਜੀ। ਧੰਨ ਧੰਨ ਮਾਤਾ ਗੁਜਰੀ ਜੀ। ਇਹ ਮਾਤਾ ਗੁਜਰੀ ਜੀ ਦਾ ਵਿਆਹ ਸੁਣਿਆ ਤੁਸੀਂ ਲੋਕੋ? ਮੇਰਾ ਨਾਮ ਗੁਜਰੀ, ਮੇਰੀ ਅਲ ਗੁਜਰੀ, ਘੜੀ ਘੜੀ ਗੁਜਰੀ, ਪਲ ਪਲ ਗੁਜਰੀ। ਹਾਂਜੀ, ਪਤ ਸੇਵਨ ਸੀਖ ਸਿਖਾਈ। ਬਾਬਾ ਲਾਲ ਚੰਦ ਜੀ ਤੇ ਮਾਤਾ ਬਿਸ਼ਨ ਕੌਰ ਜੀ ਸਿਖਾਉਂਦੇ, ਧੀਏ ਪਤੀ ਦੀ ਸੇਵਾ ਕਰਨੀ ਹੈ। ਤੇ ਮਾਂ ਗੁਜਰੀ ਨੇ ਕਿੰਨੀ ਸੇਵਾ ਕੀਤੀ। 26 ਸਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਭੋਰਾ ਸਾਹਿਬ ਦੇ ਵਿੱਚ ਬੈਠ ਕੇ ਬੰਦਗੀ ਕੀਤੀ ਹੈ। ਮਾਂ ਗੁਜਰੀ ਨੇ ਭੋਰਾ ਸਾਹਿਬ ਦੇ ਉੱਪਰ ਬੈਠ ਕੇ ਬੰਦਗੀ ਕੀਤੀ ਹੈ। ਮਾਂ ਗੁਜਰੀ ਤੇ ਕਦੀ ਆਗਿਆ ਤੋਂ ਬਾਹਰ ਗਏ ਹੀ ਨਹੀਂ ਜੀ। ਆਦਰਸ਼ ਜੀਵਨ। ਅੱਜ ਵਿਆਹ ਵਾਲਾ ਦਿਨ ਹੈ, ਖੁਸ਼ੀਆਂ ਵਾਲਾ ਦਿਨ ਹੈ, ਇਸ ਕਰਕੇ ਮੈਂ ਦੂਜੇ ਬੰਨੇ ਨਹੀਂ ਤੁਰਨਾ। ਉਂਝ ਮਾਂ ਗੁਜਰੀ ਜੀ ਨੇ ਆਪਣੇ ਪਤੀ ਨੂੰ ਪਰਮੇਸ਼ਰ ਜਾਣ ਕੇ ਸੇਵਾ ਕੀਤੀ ਜੀ। ਸੋ ਸਿੱਖਿਆ ਦਿੱਤੀ, ਸਭ ਕਰੇ ਵਿਸਰਜਨ ਚਾਲੇ। ਫਿਰ ਬਰਾਤ ਜਿਹੜੀ ਹੈ ਉਹ ਤੋਰੀ ਹੈ, ਧਨ ਬਰਖਾ ਕੀਨ ਵਿਸਾਲੇ। ਤੇ ਫਿਰ ਡੋਲੇ ਦੇ ਉੱਤੇ ਵਰਖਾ ਬਾਬਾ ਲਾਲ ਚੰਦ ਜੀ ਨੇ ਕੀਤੀ। ਨਿਜ ਘਰ ਲਓ ਆਵਤ ਸਾਰੇ। ਤੇ ਥੋੜਾ ਜਿਹਾ ਅੱਗੇ ਤੁਰੇ ਤੇ ਘਰ ਆ ਗਿਆ ਜੀ, ਥੰਮ ਸਾਹਿਬ ਆ ਗਿਆ। ਧਨ ਡਾਰਤ ਗਰੀ ਬਜ਼ਾਰੇ। ਗਲੀਆਂ ਬਾਜ਼ਾਰਾਂ ਵਿੱਚ ਧਨ ਦੀ ਵਰਖਾ ਕੀਤੀ, ਜਿਹਨੂੰ ਆਪਾਂ ਕਹਿੰਦੇ ਪੈਸੇ ਲੁਟਾਏ ਆ, ਪੈਸੇ ਲੁਟਾਏ ਆ। ਹਾਂਜੀ, ਗਨ ਬਾਜ ਬਜਾਵਤ ਉੱਚੇ। ਸੋ ਵਾਜੇ ਵਜਾਏ ਗਏ, ਨਗਾਰੇ ਵੱਜੇ, ਵਾਜੇ ਵੱਜੇ। ਗੁਰ ਮੰਦਰ ਆਨ ਪਹੁੰਚੇ। ਤੇ ਥੰਮ ਸਾਹਿਬ ਗੁਰੂ ਕੇ ਮੰਦਰ ਦੇ ਵਿੱਚ ਆ ਕੇ, ਭਾਵ ਗੁਰੂ ਕੇ ਮਹਿਲਾਂ ਵਿੱਚ ਵਾਪਸ ਆਏ। ਮਿਲ ਆਗੇ ਨਾਗਰ ਨਾਰੀ। ਬਹੁ ਗਾਏ ਗੀਤ ਮੁੱਦ ਭਾਰੀ। ਅੱਗੇ ਇਸਤਰੀਆਂ ਖਲੋਤੀਆਂ ਨੇ, ਉਹ ਗੀਤ ਗਾ ਰਹੀਆਂ ਨੇ। ਹਾਂਜੀ, ਸਭ ਵਿਖੇ ਨਾਨਕੀ ਆਵੇ। ਤੇ ਮਾਤਾ ਨਾਨਕੀ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਜੀ ਹਨ ਜੀ। ਉਹ ਅੱਗੇ ਆਏ, ਸੁਤ ਬਧੂ ਪਿਖਨ ਲਲਚਾਵੇ। ਵੇਖਿਆ ਵੀ ਨੌ ਵੇਖੀਏ। ਹਾਂਜੀ, ਜਬ ਪਹੁੰਚੇ ਪੌਰ ਅਗਾਰੀ। ਤੇ ਜਦੋਂ ਦਰਵਾਜ਼ੇ ਦੇ ਅੱਗੇ ਪਹੁੰਚੇ, ਸਿਰ ਵਾਰ ਵਾਰ ਤਿਸ ਬਾਰੀ। ਤੇ ਹੁਣ ਚਲੋ ਉਦੋਂ ਚੱਲਦਾ ਸੀ ਸਾਧ ਸੰਗਤ ਜੀ, ਸਿਰ ਤੋਂ ਪਾਣੀ ਵਾਰ ਕੇ ਪੀਤਾ। ਆਖੋ, ਕਈ ਕਹਿਣਗੇ ਪਤਾ ਨਹੀਂ ਕਿਹੜਾ ਕਲਚਰ ਸੁਣਾਈ ਜਾਂਦਾ। ਇਹ ਜਿਹੜੇ ਕਹਿੰਦੇ ਆ ਨਾ, ਉਹ ਕਰਦੇ ਉਹ ਵੀ ਸਾਰਾ ਕੁਝ ਹੀ ਹੈ, ਉਹ ਕਿਹੜਾ ਨਹੀਂ ਕਰਦੇ ਜੀ।
ਕਰਨਗੇ ਸਾਰਾ ਕੁਝ ਹੀ, ਬਸ ਸਟੇਜਾਂ ਤੇ ਬਹਿ ਬਹਿ ਕੇ ਭੰਡਦੇ ਆ। ਸੋ ਪਾਣੀ ਵਾਰ-ਵਾਰ ਕੇ ਸਿਰ ਤੋਂ ਪੀਤਾ, ਕਰ ਪੀਵਨ ਆਨੰਦ ਧਾਰੇ। ਤੇ ਫਿਰ ਉਸ ਸਮੇਂ ਤੇ ਸੱਸ ਨੂੰ ਬਹੁਤਾ ਹੀ ਚਾਅ ਹੁੰਦਾ ਨਾ ਜੀ, ਫਿਰ ਬੜੇ ਆਨੰਦ ਨਾਲ ਪਾਣੀ ਪੀਤਾ। ਬੀਬੀਆਂ ਦੇ ਅੰਦਰ ਤੋਂ ਜਿਹੜਾ ਗੀਤ ਬੋਲਦੇ ਉਹ ਵੀ ਗੂੰਜਣ ਲੱਗ ਪਿਆ ਹੋਣਾ ਜੀ ਸੁਣ ਕੇ ਹੀ। ਹਾਂਜੀ, ਹੋਏ ਸੁੱਤ ਉਪਰ ਬਲਿਹਾਰੇ। ਤੇ ਆਪਣੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮੁਖੜਾ ਵੇਖਦੇ ਬਲਿਹਾਰ ਜਾਂਦੇ ਹਨ। ਕੁਲ ਰੀਤ ਕਰੀ ਮਨ ਭਾਈ, ਲੈ ਅੰਤਰ ਮਹਿਲ ਸਿਧਾਈ। ਤੇ ਫਿਰ ਸਾਧ ਸੰਗਤ ਜੀ ਗੁਰੂ ਕੇ ਮਹਿਲਾਂ ਦੇ ਵਿੱਚ ਮਾਤਾ ਗੁਜਰੀ ਜੀ ਨੂੰ ਲੈ ਗਏ। ਦੇ ਦਰਬ ਸਰਬ ਹੀ ਹੈ। ਤੇ ਫਿਰ ਸਗਨ ਪਾ ਕੇ ਮੁਖੜਾ ਵੇਖਦੇ ਆ। ਹਾਂਜੀ, ਮੁਖ ਕਰਤ ਸਰਾਹਾ ਅਨੇਕੈ। ਤੇ ਧੰਨ ਮਾਂ ਗੁਜਰੀ, ਜਿਨ੍ਹਾਂ ਵਰਗਾ ਕੋਈ ਦੂਜਾ ਨਹੀਂ ਹੈਗਾ। ਮਾਤਾ ਗੁਜਰੀ ਦੇ ਲਾਲ ਵਰਗਾ ਵੀ ਕੋਈ ਲਾਲ ਨਹੀਂ ਹੈਗਾ, ਗੁਰੂ ਗੋਬਿੰਦ ਸਿੰਘ ਜੀ ਵਰਗਾ। ਹਾਂਜੀ, ਕਹਿ ਤੇਗ ਬਹਾਦਰ ਜੋਰੀ, ਬਿਧ ਰਚੀ ਰੁਚਿਰ ਰੁਚ ਬੇਰੀ। ਸੋ ਸਾਰੇ ਕਹਿਣ ਲੱਗੇ ਵੀ ਬੜੀ ਵਧੀਆ ਜੋੜੀ ਜਿਹੜੀ ਹੈ ਉਹ ਵਿਧਾਤੇ ਨੇ ਰਚੀ ਹੈ, ਬੜੀ ਸੋਹਣੀ ਜੋੜੀ ਹੈ। ਇਸ ਜੋੜੀ ਦੇ ਕਰਕੇ ਹੀ ਅੱਜ ਸਿੱਖੀ ਹੈਗੀ ਹੈ। ਗੁਰੂ ਤੇਗ ਬਹਾਦਰ ਸਾਹਿਬ ਤੇ ਮਾਂ ਗੁਜਰੀ, ਅੱਗੋਂ ਉਹਨਾਂ ਦਾ ਪੁੱਤ ਤੇ ਨੌਹਾਂ ਤੇ ਗਾਂ ਪੋਤਰੇ, ਉਹਨਾਂ ਕਰਕੇ ਹੀ ਸਾਰਾ ਕੁਝ ਹੈਗਾ। ਹਾਂਜੀ, ਚਿਰ ਕਾਲ ਬੀਤੇ ਭਾ ਮੇਲਾ, ਪੁਨ ਵਿਆਹ ਉਸ਼ਾਹ ਸੁਹੇਲਾ। ਇਸ ਤਰੀਕੇ ਨਾਲ ਬਹੁਤ ਦੇਰ ਤੱਕ ਵਿਆਹ ਦਾ ਆਨੰਦ ਮੰਗਲ ਜਿਹੜਾ ਹੈ ਉਹ ਹੁੰਦਾ ਰਿਹਾ। ਇਸ ਕਾਰਨ ਤੇ ਸੁਖ ਭਾਰੀ, ਨਹਿ ਸਿਮਰਹਿ ਸਦਨ ਪਿਸ਼ਾਰੀ। ਕਹਿਣ ਲੱਗੇ ਜਿਹੜੇ ਆਏ ਸੀ ਨਾ ਵਿਆਹ ਵਿੱਚ, ਉਹਨਾਂ ਨੂੰ ਤਾਂ ਘਰ ਹੀ ਭੁੱਲ ਗਿਆ, ਘਰ ਦੀ ਚਿੰਤਾ ਹੀ ਨਹੀਂ। ਵਿਆਹ ਦੇ ਵਿੱਚ ਆਨੰਦ ਹੀ ਇੰਨਾ ਬਣਿਆ, ਵਿਆਹ ਵਿੱਚ ਆਨੰਦ ਇੰਨਾ ਬਣਿਆ। ਸੋ ਅੱਗੇ ਕਥਾ ਕੱਲ ਨੂੰ ਸੁਣਾਂਗੇ। ਸਾਰੀਆਂ ਸੰਗਤਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵਿਆਹ ਦੀਆਂ ਬਹੁਤ ਬਹੁਤ ਵਧਾਈਆਂ, ਬਹੁਤ ਬਹੁਤ ਵਧਾਈਆਂ। ਲੱਡੂ ਲੈ ਜਾਓ ਬਾਹਰ। ਸੋ ਸਾਰੀਆਂ ਸੰਗਤਾਂ ਮਹਾਰਾਜ ਜੀ ਦੇ ਵਿਆਹ ਦੀ ਕਥਾ ਦੀ ਖੁਸ਼ੀ ਦੇ ਵਿੱਚ ਲੱਡੂਆਂ ਦਾ ਪ੍ਰਸ਼ਾਦ ਛਕਿਓ, ਤੇ ਘਰ ਜਾਂਦੇ ਜਾਂਦੇ ਕਹਿੰਦੇ ਜਾਇਓ, ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ। ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ। ਕਾਰਨੋ ਨਿਦ ਆਵੇ ਤਾਏ, ਤੇਗ ਬਹਾਦਰ ਸਿਮਰਿਆ। ਸਭ ਥਾਈ ਹੋਏ ਸਹਾਏ, ਤੇਗ ਬਹਾਦਰ ਸਿਮਰਿਆ। ਸਭ ਸਭ ਥਾਈ ਹੋਏ ਸਹਾਏ, ਤੇਗ ਬਹਾਦਰ ਸਿਮਰਿਆ। ਸਭ ਜੀ ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ। ਘਰ ਨੌ ਨਿਤ ਆਵੇ ਤਾਏ, ਤੇਗ ਬਹਾਦਰ ਸਿਮਰਿਆ। ਤੇਗ ਬਹਾਦਰ ਸਿਮਰਿਆ।
ਵਾਹਿਗੁਰੂ 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 ਗੱਜ ਕੇ ਵਾਹਿਗੁਰੂ 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 ਗੁਰੂ ਜੀ ਕਿਰਪਾ ਕਰਨ ਇਹ ਕਥਾ ਸੁਣਦਿਆਂ ਸੁਣਦਿਆਂ ਸਾਡੀ ਆਤਮਾ ਦਾ ਪ੍ਰਮਾਤਮਾ ਦੇ ਨਾਲ ਵਿਆਹ ਹੋਵੇ, ਅੰਦਰ ਦਾ ਜੀਵ ਉਹਦਾ ਵਿਆਹ ਹੋਵੇ। ਮਹਾਰਾਜ ਭਗਤ ਕਬੀਰ ਜੀ ਕਹਿੰਦੇ ਗਾਓ ਗਾਓ ਰੀ ਦੁਲਹਨੀ ਮੰਗਲ ਚਾਰ ਮੰਗਲ ਚਾਰਾ, ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰਾ। ਕਹਿੰਦੇ ਮੇਰੇ ਘਰ ਰਾਜਾ ਰਾਮ ਕਹਿੰਦੇ ਪਰਮੇਸ਼ਰ ਨੂੰ, ਕਹਿੰਦੇ ਮੇਰੇ ਘਰ ਪਤੀ ਬਣ ਕੇ ਪਰਮੇਸ਼ਰ ਹੀ ਆ ਗਿਆ। ਗਾਓ ਗਾਓ ਰੀ ਦੁਲਹਨੀ ਮੰਗਲ ਚਾਰਾ, ਕਹਿੰਦੇ ਖੁਸ਼ੀਆਂ ਦੇ ਗੀਤ ਗਾਓ, ਆਨੰਦ ਬਣ ਗਿਆ। ਕਹਿੰਦੇ ਅੱਜ ਪਰਮੇਸ਼ਰ ਜੀ ਮੇਰੇ ਘਰ ਆਏ ਹੋਏ ਆ। ਸੋ ਨਾਮ ਜਪਣ ਵਾਲਿਆਂ ਦੇ ਹਿਰਦੇ 'ਚ ਵਾਹਿਗੁਰੂ ਜੀ ਦਾ ਵਾਸਾ ਹੁੰਦਾ। ਸੰਗਤ ਜੀ ਮਹਾਰਾਜ ਕਿਰਪਾ ਕਰਨਾ। ਬਹੁਤ ਬਹੁਤ ਵਧਾਈਆਂ ਹੋਣ ਸਾਰਿਆਂ ਨੂੰ, ਭੁੱਲਾਂ ਦੀ ਮਾਫੀ ਬਖਸ਼ਿਸ਼ ਕਰਨੀ। ਗੱਜ ਕੇ ਫਤਿਹ ਬੁਲਾਓ ਜੀ।